ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ, ਲੋਕ ਪਰਲੋਕ ਦੇ ਰਾਖੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਈ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਗੁਰਦੁਆਰਾ ਸ਼ਹੀਦਾਂ ਨਗਰ ਤੱਲਣ, ਜ਼ਿਲ੍ਹਾ ਜਲੰਧਰ, ਦੁਆਬੇ ਦੀ ਧਰਤੀ ਉੱਤੇ ਆਪਾਂ ਸਾਰੇ ਸੰਗਤ ਰੂਪ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਜੁੜ ਬੈਠੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸੁੰਦਰ ਅਸਥਾਨਾਂ ਦੇ ਉੱਤੇ ਪ੍ਰਕਾਸ਼ ਹੋ ਕਰਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ। ਆਪ ਜੀ ਨੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਦੇ ਇਸ ਤਪ ਅਸਥਾਨ, ਇਸ ਕਰਮ ਭੂਮੀ ਦੇ ਉੱਤੇ ਆ ਕੇ ਦਰਸ਼ਨ ਦੀਦਾਰੇ ਕੀਤੇ ਹਨ। ਸਤਿਗੁਰੂ ਜੀ ਦੀ ਮਿਹਰ ਸਦਕਾ ਸੰਧਿਆ ਦੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੱਚ ਕੀ ਬਾਣੀ ਦਾ ਮਨੋਹਰ ਕੀਰਤਨ ਗੁਰੂ ਕੇ ਰਾਗੀ ਸਿੰਘਾਂ ਦੇ ਪਾਸੋਂ ਸੁਣਿਆ। ਉਪਰੰਤ ਨਿੱਤਾ ਪ੍ਰਤੀ ਦੇ ਨੇਮ ਮੁਤਾਬਕ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਵਿਖੇ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ ਦਾ ਸਮਾਪਤੀ ਦਾ ਅਧਿਆਇ ਚੱਲ ਰਿਹਾ ਹੈ। ਅੱਜ ਇਸ ਗ੍ਰੰਥ ਦੀ, ਇਸ ਰੁੱਤ ਦੀ 5ਵੀਂ ਰੁੱਤ ਦੀ 5ਵੇਂ ਗ੍ਰੰਥ ਦੀ ਇਸ ਦੀ ਸਮਾਪਤੀ ਹੋ ਜਾਣੀ ਹੈ। ਅਧਿਆਇ ਦੀ ਵੀ ਸਮਾਪਤੀ ਹੋਣੀ ਹੈ ਔਰ ਇਸ ਗ੍ਰੰਥ ਦੀ ਸਮਾਪਤੀ ਹੋ ਕੇ ਅਗਲਾ ਭਾਗ 6ਵੀਂ ਰੁੱਤ ਚੱਲ ਪੈਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਬੰਸਦਾਨੀ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਪਿਛਲੇ ਲੰਮੇ ਸਮੇਂ ਤੋਂ ਸਰਵਣ ਕਰਕੇ ਕਥਾ ਦੇ ਨਾਲ ਜੁੜੇ ਆ ਰਹੇ ਹਾਂ, ਕਿਉਂਕਿ ਸਤਿਗੁਰੂ ਜੀ ਦੀ ਕਥਾ ਗੰਗਾ ਜਲ ਦੇ ਵਾਂਗ ਪਵਿੱਤਰ ਹੈ, ਜਿਸ ਨੂੰ ਸੁਣਨ ਦੇ ਨਾਲ ਸਾਡਾ ਤਨ ਅਤੇ ਮਨ ਵੀ ਪਵਿੱਤਰ ਹੋ ਜਾਂਦਾ ਹੈ, ਪੁਨੀਤ ਹੋ ਜਾਂਦਾ ਹੈ। ਮਨ ਵਿੱਚੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਬਹੁਤ ਸਾਰੇ ਸ਼ੰਕੇ ਜਿਹੜੇ ਗੁੰਮਰਾਹ ਕਰਨ ਵਾਲੇ ਲੋਕਾਂ ਦੇ ਵੱਲੋਂ ਗੁੰਮਰਾਹਕੁਨ ਪ੍ਰਚਾਰ ਕਰਕੇ ਸਾਡੇ ਮਨਾਂ ਵਿੱਚ ਖੜ੍ਹੇ ਕੀਤੇ ਹੁੰਦੇ ਆ, ਜਾਂ ਸਾਡਾ ਮਨ ਹੀ ਕਈ ਵਾਰ ਸ਼ੰਕੇ ਖੜ੍ਹੇ ਕਰ ਦਿੰਦਾ ਹੈ, ਉਹਨਾਂ ਸ਼ੰਕਿਆਂ ਦੀ ਨਿਵਰਤੀ ਇਹ ਗੁਰੂ ਕੀ ਕਥਾ ਕਰਦੀ ਹੈ। ਗੁਰਮਤਿ ਦੇ ਸਿਧਾਂਤਾਂ ਨੂੰ ਸਮਝਣ ਦੇ ਲਈ ਗੁਰੂ ਇਤਿਹਾਸ ਨੂੰ ਸਮਝਣਾ ਅਤੀ ਅੰਤ ਜ਼ਰੂਰੀ ਹੈ, ਔਰ ਗੁਰ ਇਤਿਹਾਸ ਨੂੰ ਸਮਝਣ ਦੇ ਲਈ ਸਭ ਤੋਂ ਵੱਡਾ ਸਰੋਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਹ ਗੁਰੂ ਘਰ ਦੇ ਵਿੱਚ ਪ੍ਰਚਲਿਤ ਹੈ, ਜੋ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਉੱਤੇ ਅਪਾਰ ਕਿਰਪਾ ਕਰਕੇ ਦਸੇ ਪਾਤਸ਼ਾਹੀਆਂ ਨੇ ਆਪ ਉਹਨਾਂ ਦੀ ਕਲਮ ਤੋਂ ਸੁੰਦਰ ਛੰਦਾਬੰਦੀ ਵਿੱਚ ਇਤਿਹਾਸ ਨੂੰ ਗੁੰਥਨ ਕਰਵਾਇਆ ਹੈ, ਕਲਮਬੱਧ ਕਰਵਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ 52 ਕਵੀ ਜੋ ਹਮੇਸ਼ਾ ਹਾਜ਼ਰ ਰਹਿੰਦੇ, ਬਹੁਤ ਸਾਰੀਆਂ ਰਚਨਾਵਾਂ ਦਾ ਉਲੱਥਾ ਕਰਦੇ, ਨਵੀਆਂ ਨਵੀਆਂ ਕਵਿਤਾਵਾਂ ਸੁਣਾ ਕੇ ਸੰਗਤ ਵਿੱਚ ਸੰਗਤ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਸਤਿਗੁਰੂ ਸਾਹਿਬ ਜੀ ਤੋਂ ਬਹੁਤ ਭਾਰੀ ਇਨਾਮ, ਮਾਇਆ, ਧਨ ਦੌਲਤ, ਹੀਰੇ ਚਾਂਦੀ, ਜਵਾਹਰਾਤ ਇਤਿਆਦਿਕਤਾ ਪ੍ਰਾਪਤ ਕਰਦੇ ਹੀ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਕਵੀਆਂ ਨੂੰ ਖੁਸ਼ ਹੋ ਕੇ ਮੁਕਤੀ ਦਾ ਵਰ ਵੀ ਦਿੰਦੇ, ਮੁਕਤੀ ਵੀ ਬਖਸ਼ਿਸ਼ ਕਰ ਦਿੰਦੇ। ਸੋ ਆਪਾਂ ਨੇ ਸ਼ਾਰਦਾ ਕਵੀ ਜੀ, ਕਵੀ ਹੰਸ ਰਾਮ ਜੀ, ਕਵੀ ਮੰਗਲ ਜੀ, ਇਹਨਾਂ ਦੇ ਕਵਿੱਤ, ਇਹਨਾਂ ਦੇ ਰਚੇ ਹੋਏ ਸਵਈਏ ਦੋਹਰੇ ਪਿੱਛੇ ਸਰਵਣ ਕੀਤੇ ਆ, ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ 52ਵੇਂ ਔਰ 5ਵੀਂ ਰੁੱਤ ਦੇ ਲਾਸਟ ਅਧਿਆਏ ਦੇ ਵਿੱਚ ਵਰਣਨ ਕੀਤੇ ਹਨ। ਆਓ ਇੱਕ ਦੋ ਕਵਿੱਤ ਹੋਰ ਕਵੀਆਂ ਦੇ ਰਹਿੰਦੇ ਹੈ, ਅਤੇ ਉਸ ਤੋਂ ਬਾਅਦ ਫਿਰ ਅੱਗੇ ਭਾਈ ਸੰਤੋਖ ਸਿੰਘ ਜੀ ਆਪਣੇ ਕੁਝ ਵਿਚਾਰ ਦੇਣਗੇ,
ਉਸ ਤੋਂ ਬਾਅਦ ਇਸ ਅਧਿਆਏ ਦੀ ਸਮਾਪਤੀ ਹੋ ਜਾਣੀ ਹੈ, ਨਾਲ ਹੀ ਇਸ 5ਵੀਂ ਰੁੱਤ ਦੀ ਸੰਪੂਰਨਤਾ ਹੋ ਜਾਣੀ ਹੈ। ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਕਲਮ ਦੁਆਰਾ ਜਿਵੇਂ ਇਤਿਹਾਸ ਉਹਨਾਂ ਨੇ ਲਿਖਾਇਆ ਹੈ, ਤੇ ਆਪਾਂ ਨੂੰ ਇੱਥੇ ਸੰਗਤ ਰੂਪ ਵਿੱਚ ਜੁੜ ਬੈਠ ਕੇ ਵਿਚਾਰਨ ਦਾ ਸਮਾਂ ਬਖਸ਼ਿਆ। ਜਿਵੇਂ ਇਤਿਹਾਸ ਆ ਰਿਹਾ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਈ ਜਗਤ ਏਕਤਾ ਏਕਤਾ ਬਿਨਾਏ ਜਾਤੇ ਹੋਵਤੀ ਵਸੀਲਤਾ ਕਿਤਾਬ ਹੈ ਕੁਰਾਨ ਕੇ। ਭਾਈ ਸਾਹਿਬ ਸੰਤੋਖ ਸਿੰਘ ਜੀ ਭਾਵਨਾ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਿਮਾ ਦਾ ਵਰਣਨ ਕਰ ਰਹੇ ਹਨ ਇੱਥੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਸ਼ੋਭਾ ਕਰਦਿਆਂ ਹੋਇਆਂ, ਵਡਿਆਈ ਕਰਦਿਆਂ ਹੋਇਆਂ, ਉਹਨਾਂ ਦੇ ਇਸ ਸੰਸਾਰ ਦੇ ਉੱਤੇ ਆਉਣ ਨੂੰ ਧੰਨ ਧੰਨ ਆਖਦੇ ਹੋਏ ਕਵੀਆਂ ਨੇ ਜੋ ਸਤਿਗੁਰੂ ਜੀ ਦੀ ਮਹਿਮਾ ਵਿੱਚ ਚੰਦ ਸ਼ਬਦ ਲਿਖੇ ਹਨ ਕਿ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ। ਤਕਰੀਬਨ ਹਰੇਕ ਸਿੱਖ ਨੂੰ ਇਹ ਪੰਕਤੀਆਂ ਯਾਦ ਹੁੰਦੀਆਂ ਔਰ ਹਰ ਇੱਕ ਪ੍ਰਚਾਰਕ ਆਪਣੇ ਕਥਾ ਵਿਖਿਆਨ ਦੌਰਾਨ ਇਹ ਪੰਕਤੀਆਂ ਆਮ ਹੀ ਬੋਲਦੇ ਹਨ। ਸੋ ਇਸ ਕਰਕੇ ਬੜਾ ਸੌਖਾ ਜਾਂ ਸੁਖਾਲਾ ਜਾਂ ਇਹ ਕਵਿਤ ਹੈ ਤੇ ਅਰਥ ਵੀ ਬੜੇ ਸਪਸ਼ਟ ਹਨ। ਕੋਈ ਬਹੁਤ ਡੂੰਘੇ ਅਰਥ ਕਰਨ ਦੀ ਲੋੜ ਨਹੀਂ ਹੈ। ਸਿੰਪਲ ਜੋ ਅੱਖਰੀ ਅਰਥ ਬਣਦੇ ਹੈ ਵੀ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ। ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਉੱਤੇ ਨਾ ਆਉਂਦੇ, ਉਹ ਮੂਰਤੀ ਨਾ ਧਾਰਦੇ, ਉਹਨਾਂ ਦਾ ਸਰੂਪ ਇਹ ਦੁਨੀਆ ਦੇ ਉੱਤੇ ਨਾ ਹੁੰਦਾ, ਤਾਂ ਫਿਰ ਕੀ ਹਾਲਾਤ ਹੋਣੇ ਸਨ। ਕਵੀ ਜੀ ਕਹਿ ਰਹੇ ਨੇ ਕਿ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ। ਕਹਿੰਦੇ ਏਕਤਾ ਛਾ ਜਾਣੀ ਸੀ, ਕਿਉਂਕਿ ਉਹਨਾਂ ਸਮਿਆਂ ਵਿੱਚ ਜ਼ਾਬਰ ਜ਼ੁਲਮ ਉਸ ਵੇਲੇ ਦੇ ਹੁਕਮਰਾਨਾਂ ਦੇ ਵੱਲੋਂ ਇਸਲਾਮੀਆਂ ਦਾ, ਮੁਸਲਮਾਨਾਂ ਦਾ ਉਸ ਵੇਲੇ ਬਹੁਤਾ ਜ਼ੋਰ ਸੀ। ਰਾਜ ਸੱਤਾ ਦੇ ਉੱਤੇ ਕਾਬਜ ਸਨ, ਤੇ ਜਿਹੜੇ ਭਾਈ ਰਾਜ ਸੱਤਾ ਦੇ ਉੱਤੇ ਕਾਬਜ ਹੁੰਦੇ ਆ ਉਹਨਾਂ ਦਾ ਜ਼ੋਰ ਚੱਲਦਾ ਹੀ ਹੁੰਦਾ ਹੈ। ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ, ਫਿਰ ਉਹਨਾਂ ਦਾ ਅਮਰ, ਉਹਨਾਂ ਦਾ ਹੁਕਮ ਚੱਲਦਾ, ਚੰਮਦੀਆਂ ਚਲਾਉਂਦੇ ਹੀ ਹੈ। ਉਹਨਾਂ ਵੇਲਿਆਂ ਵਿੱਚ ਉਦੋਂ ਵਾਲੇ ਚੰਮਦੀਆਂ ਚਲਾਉਂਦੇ ਸੀ। ਅੰਗਰੇਜ਼ਾਂ ਦਾ ਰਾਜ ਆਇਆ, ਉਹਨਾਂ ਨੇ ਚੰਮਦੀਆਂ ਚਲਾਈਆਂ, ਤੇ ਅੰਗਰੇਜ਼ਾਂ ਤੋਂ ਬਾਅਦ ਕਹਿਣ ਮਾਤਰ ਜਿਹੜੀ ਆਜ਼ਾਦੀ ਆਈ, ਉਹ ਤੋਂ ਬਾਅਦ ਫਿਰ ਜਿਹੜੇ ਹੁਕਮਰਾਨ ਆ ਗਏ ਉਹ ਹੁਣ ਅੱਜ ਤੱਕ ਆਪਣੀਆਂ ਚੰਮਦੀਆਂ ਚਲਾਈ ਜਾਂਦੇ ਆ। ਹਰ ਕੋਈ ਆਪਣਾ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਸਾਰੇ ਆਪੋ ਆਪਣੀਆਂ ਚਲਾਉਂਦੇ। ਤੇ ਉਸ ਵੇਲੇ ਦੇ ਜਿਹੜੇ ਕੱਟੜ ਮੁਸਲਮਾਨ ਸ਼ਾਸਕ ਸਨ ਨਾ, ਉਹਨਾਂ ਨੇ ਇਹ ਤਹਈਆ ਕੀਤਾ ਹੋਇਆ ਸੀ ਔਰੰਗਜ਼ੇਬ ਵਰਗਿਆਂ ਨੇ ਵੀ ਜਿੰਨੇ ਗੈਰ ਧਰਮਾਂ ਦੇ ਲੋਕ ਹੈ, ਘੱਟ ਗਿਣਤੀਆਂ ਵਾਲੇ ਲੋਕ ਹੈ, ਉਹਨਾਂ ਸਾਰਿਆਂ ਨੂੰ ਜਿਹੜਾ ਵੀ ਤਰੀਕਾ ਕਾਰਗਰ ਹੋ ਸਕੇ, ਵਰਤਿਆ ਜਾ ਸਕੇ, ਉਹ ਤਰੀਕਾ ਵਰਤ ਕੇ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਣਾ, ਸਭ ਨੂੰ ਮੁਸਲਮਾਨ ਬਣਾ ਦੇਣਾ। ਉਹਨਾਂ ਦਾ ਇਹ ਮਤ ਸੀ ਕਿ ਇਸ ਤਰ੍ਹਾਂ ਅਸੀਂ ਇਸਲਾਮ ਵਿੱਚ ਸਾਰਿਆਂ ਨੂੰ ਲਿਆ ਕੇ ਇੱਕ ਰਾਸ਼ਟਰ ਬਣਾ ਦੇਵਾਂਗੇ। ਜਿਵੇਂ ਅੱਜ ਵੀ ਕਹਿੰਦੇ ਆ ਨਾ ਵੀ ਹਿੰਦੂ ਹਿੰਦੁਸਤਾਨ, ਇੱਕੋ ਹੀ ਰਾਸ਼ਟਰ ਬਣਾ ਦੇਣਾ ਚਾਹੀਦਾ, ਇੱਕੋ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਹੈ। ਉਹਨਾਂ ਵੇਲਿਆਂ ਵਿੱਚ ਇਹ ਇਸਲਾਮੀ ਜਿਹੜੇ ਸ਼ਾਸਕ ਸਨ ਉਹ ਵੀ ਇਹੋ ਹੀ ਚਾਹੁੰਦੇ ਸਨ। ਤੇ ਕਵੀ ਸ਼ੰਕਾਮਾਨ ਹੋ ਕੇ ਇੱਥੇ ਕਹਿੰਦਾ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਆਉਂਦੇ, ਹਾਲਾਤ ਕੀ ਹੋਣੇ ਸੀ ਇਹ ਹਿੰਦੁਸਤਾਨ ਦੀ, ਇਸ ਭਾਰਤ ਵਰਸ਼ ਦੀ ਧਰਤੀ ਦੇ, ਕੈਸਾ ਹਾਲ ਹੋਣਾ ਸੀ। ਕਹਿੰਦੇ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ। ਸਾਰੇ ਏਕਤਾ ਹੀ ਛਾ ਜਾਣੀ ਸੀ, ਅਨੇਕਤਾ ਬਿਲਾਏ ਨਾਮ ਹੈ ਨਾਸ਼ ਹੋਣ ਦਾ। ਅਨੇਕਤਾ ਜਿਹੜੀ ਹੈ ਉਹ ਨਾਸ਼ ਹੋ ਜਾਣਾ ਸੀ। ਇਹ ਨਹੀਂ ਰਹਿਣਾ ਸੀ ਵੀ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਕੋਈ ਬੋਧੀ ਹੈ, ਕੋਈ ਜੈਨੀ ਹੈ। ਜਿਵੇਂ ਅਲੱਗ-ਅਲੱਗ ਲੋਕ ਆਪੋ ਆਪਣੇ ਅਕੀਦਿਆਂ ਦੇ ਅਨੁਸਾਰ ਧਰਮਾਂ ਨੂੰ ਮੰਨਦੇ ਹੈ। ਸੋ ਸਾਰੇ ਉਹ ਇੱਕੋ ਹੀ ਇਸਲਾਮ ਦੇ ਦਾਇਰੇ ਵਿੱਚ ਸਾਰਿਆਂ ਨੂੰ ਲਿਆਉਣ ਦੇ ਲਈ ਚਾਹੁੰਦੇ ਸਨ, ਇੱਛਾ ਸੀ ਉਹਨਾਂ ਦੇ ਮਨ ਦੀ। ਕਵੀ ਕਹਿੰਦਾ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾ ਆਉਂਦੇ ਤੇ ਕਹਿੰਦੇ ਹੋ ਇਹ ਅਵੱਸ਼ ਜਾਣਾ ਸੀ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਡੱਕਿਆ ਨਾ ਕਿ ਉਹਨਾਂ ਨੇ ਰੋਕ ਲਾਈ। ਜੇ ਨਾ ਆਉਂਦੇ ਫਿਰ ਕਹਿੰਦੇ ਛਾਏ ਜਾਤੀ ਏਕਤਾ ਹੀ ਹੋ ਜਾਣੀ ਸੀ ਸਾਰੀ, ਸਾਰੇ ਇੱਕੋ ਹੀ ਬਸ ਇਸਲਾਮ ਹੀ ਹੋ ਜਾਣਾ ਸੀ। ਅਨੇਕਤਾ ਬੁਲਾਏ ਜਾਤੀ, ਜਿਹੜੀ ਅਨੇਕਤਾ ਹੈ ਵੱਖੋ ਵੱਖਰੀ ਹੋਣ ਦਾ ਸਾਰਿਆਂ ਦੀ,
ਇਹ ਨਾਸ਼ ਹੋ ਜਾਣੀ ਸੀ। ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ। ਕਹਿੰਦੇ ਸਾਰੇ ਪਾਸੇ ਕੁਚੀਲਤਾ ਫੈਲ ਜਾਣੀ ਸੀ, ਕਿਤਾਬਨ ਕੁਰਾਨ ਕੀ। ਸੋ ਕੁਚੀਲਤਾ, ਕਿਉਂਕਿ ਜਦੋਂ ਸਭ ਇੱਕੋ ਹੀ ਹੋ ਗਏ ਤੇ ਬਾਕੀਆਂ ਦੇ ਧਰਮ ਖਤਮ ਹੋ ਗਏ ਤੇ ਉਹਨਾਂ ਦੇ ਧਰਮਾਂ ਵਿੱਚ ਤਾਂ ਕੁਚੀਲਤਾ ਆ ਗਈ ਨਾ, ਉਹ ਤਾਂ ਮੈਲੇ ਹੋ ਗਏ। ਔਰ ਇਸੇ ਤਰ੍ਹਾਂ ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ। ਕੁਰਾਨ ਦੀਆਂ ਜਿਹੜੀਆਂ ਕਿਤਾਬਾਂ ਹਨ, ਇਸਲਾਮ ਦੀਆਂ ਜਿਹੜੀਆਂ ਕਿਤਾਬਾਂ, ਉਹਨਾਂ ਨੂੰ ਪੜ੍ਹ ਕੇ ਫਿਰ ਮਨ ਮਰਜ਼ੀ ਦੇ ਅਰਥ ਕਰਕੇ ਲੋਕਾਂ ਨੂੰ ਸਮੇਂ ਦੇ ਸ਼ਾਸਕਾਂ ਨੇ ਤੇ ਸਾਰਾ ਜਦੋਂ ਇੱਕੋ ਹੀ ਵਰਣ ਕਰ ਦੇਣਾ ਸੀ, ਇੱਕੋ ਧਰਮ ਕਰ ਦੇਣਾ ਸੀ, ਉਹਨਾਂ ਦੇ ਉੱਤੇ ਆਪਣੀ ਮਨਮਰਜ਼ੀ ਚਲਾਉਣੀ ਸੀ। ਜਿਸ ਕਰਕੇ ਕਹਿੰਦੇ ਇਹ ਜਿਹੜੀ ਕੁਚੀਲਤਾ ਫੈਲ ਜਾਣੀ ਸੀ। ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ। ਕੁਰਾਨ ਦੀਆਂ ਜਿਹੜੀਆਂ ਕਿਤਾਬਾਂ, ਔਰ ਐਸਾ ਵੀ ਵਿਦਵਾਨ ਕਹਿੰਦੇ ਨਾ ਕਿ ਜਿਹੜੇ ਇਸਲਾਮ ਦੇ ਧਾਰਮਿਕ ਗ੍ਰੰਥ ਹੈ ਉਹਨਾਂ ਦੇ ਵਿੱਚ ਕੱਟੜਤਾ ਇੰਨੀ ਭਰੀ ਹੋਈ ਹੈ ਵੀ ਉਹਦੇ ਵਿੱਚ ਲਿਖਿਆ ਹੋਇਆ ਹੈ ਵੀ ਜੇਕਰ ਤੁਸੀਂ ਕਿਸੇ ਦੂਸਰੇ ਧਰਮ ਵਾਲੇ ਨੂੰ ਇਸਲਾਮ ਦੇ ਵਿੱਚ ਲੈ ਕੇ ਆਉਂਦੇ ਹੋ, ਮੁਸਲਮਾਨ ਬਣਾਉਂਦੇ ਹੋ, ਤੇ ਖੁਦਾ ਅੱਲਾ ਦੀ ਤੁਹਾਡੇ ਉੱਤੇ ਅਤਿਅੰਤ ਪ੍ਰਸੰਨਤਾ ਹੁੰਦੀ ਹੈ ਤੇ ਤੁਹਾਨੂੰ ਬਹਿਸ਼ਤਾਂ ਦੇ ਵਿੱਚ ਨਿਵਾਸ ਮਿਲਦਾ ਹੈ, ਸਵਰਗਾਂ ਦੇ ਵਿੱਚ ਤੁਹਾਨੂੰ ਹੂਰਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਲਾਲਚ ਦੇ ਵਿੱਚ ਵੀ ਖੈਰ ਆਪਾਂ ਇਹ ਸਟੀਕ ਤੌਰ 'ਤੇ ਨਹੀਂ ਕਹਿ ਸਕਦੇ ਵੀ ਇਹ ਜਿਹੜਾ ਪੈਗੰਬਰਾਂ ਨੇ ਲਿਖਿਆ, ਕਿਉਂਕਿ ਪੈਗੰਬਰਾਂ ਤੋਂ ਬਹੁਤ ਬਾਅਦ ਵਿੱਚ ਇਹਨਾਂ ਧਾਰਮਿਕ ਗ੍ਰੰਥਾਂ ਦੀ ਰਚਨਾ ਹੋਈ ਹੈ। ਸੋ ਉਹਨਾਂ ਵਿੱਚ ਇਹ ਕੁਚੀਲਤਾ ਵਾਲੀਆਂ ਜਿਹੜੀਆਂ ਗੱਲਾਂ ਭਰ ਦਿੱਤੀਆਂ ਗਈਆਂ। ਫਿਰ ਕਹਿੰਦੇ ਕਵੀ ਜੀ ਕਹਿੰਦੇ ਸਾਰੇ ਏਕਤਾ ਫੈਲ ਜਾਣੀ ਸੀ, ਅਨੇਕਤਾ ਖਤਮ ਹੋ ਜਾਣੀ ਸੀ ਤੇ ਸਾਰੇ ਕੁਚੀਲਤਾ ਫੈਲ ਜਾਣੀ ਸੀ ਜਿਹੜੀਆਂ ਕੁਰਾਨ ਦੀਆਂ, ਇਸਲਾਮ ਦੀਆਂ ਕਿਤਾਬਾਂ, ਧਰਮ ਗ੍ਰੰਥਾਂ ਦੀ। ਆਪ ਹੀ ਪ੍ਰਕਾਸ਼ ਜਾਤੇ ਧਰਮ ਪ੍ਰਸਾਦ ਜਾਤੇ, ਵਰਨੰਦ ਰੰਗ ਜਾਤੇ ਸਾਹਿਤ ਵਿਧਾਨ ਕੇ। ਬਹੁਤ ਸਾਰਾ ਪਾਪ ਦੁਨੀਆ ਦੇ ਉੱਤੇ ਹੋਣਾ ਸੀ। ਪਾਪਾਂ ਨੇ ਪਰਪੱਕ ਹੋ ਜਾਣਾ ਸੀ। ਪਰਪੱਕ ਕਹੀਏ ਪੱਕਾ ਹੋ ਜਾਣਾ, ਦ੍ਰਿੜ ਹੋ ਜਾਣਾ। ਪਾਪ ਹੀ ਪਾਪ ਹੁੰਦਾ ਰਹਿਣਾ ਸੀ। ਧਰਮ ਧੁਸਕ ਜਾਤੇ, ਬਾਕੀ ਦੇ ਜਿਹੜੇ ਧਰਮ ਸੀ ਉਹਨਾਂ ਨੇ ਧੱਸ ਜਾਣਾ ਸੀ, ਖਤਮ ਹੋ ਜਾਣਾ ਸੀ। ਔਰ ਵਰਨ ਗਰਕ ਜਾਤੇ, ਜਿਹੜੇ ਅਲੱਗ-ਅਲੱਗ ਵਰਨ ਬਣਾਏ ਹੋਏ ਹੈ, ਸੋ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਔਰ ਇਸੇ ਤਰ੍ਹਾਂ ਅਲੱਗ-ਅਲੱਗ ਰੰਗਾਂ ਦੇ ਲੋਕ ਜਿਹੜੇ ਹੈ, ਸੋ ਚਿਹਰਾ ਮੋਹਰਾ ਸਾਰਿਆਂ ਦਾ ਇੱਕੋ ਜਿਹਾ ਹੋ ਜਾਣਾ ਸੀ। ਇਹ ਨਹੀਂ ਵੀ ਕੋਈ ਪਗੜੀ ਧਾਰੀ ਸਿੱਖ, ਕੇਸ ਦਾੜੇ ਵਾਲਾ, ਸਾਬਤ ਸੂਰਤ ਦਿਖਾਈ ਦੇਣਾ ਸੀ। ਔਰ ਇਸੇ ਤਰ੍ਹਾਂ ਕੋਈ ਬੋਦੇ ਵਾਲਾ, ਚੋਟੀ ਵਾਲਾ, ਧੋਤੀ ਵਾਲਾ, ਜਨੇਊ ਵਾਲਾ, ਤਿਲਕ ਵਾਲਾ ਹਿੰਦੂ ਦਿਖਾਈ ਦੇਣਾ ਸੀ। ਜਾਂ ਜਿਹੜੇ ਹੋਰ ਮਤਾਂ ਦੇ ਲੋਕ ਹੈ ਉਹਨਾਂ ਦੀ ਸ਼ਕਲੋ ਸੂਰਤ, ਉਹਨਾਂ ਦੇ ਵਰਨ ਰੰਗ, ਜਿਹੜੇ ਰੂਪ ਰੰਗ ਆ ਉਹ ਦਿਖਾਈ ਨਹੀਂ ਦੇਣੇ ਸੀ। ਸੋ ਉਹ ਸਾਰੇ ਕਹਿੰਦੇ ਗਰਕ ਹੋ ਜਾਣੇ ਸੀ, ਖਤਮ ਹੋ ਜਾਣੇ ਸੀ। ਸਾਹਿਤ ਵਿਧਾਨ ਕੀ, ਜੋ ਉਹਨਾਂ ਦਾ ਵਿਧੀ ਵਿਧਾਨ ਹੈ, ਹਰੇਕ ਧਰਮ ਦਾ ਆਪੋ ਆਪਣਾ ਪੂਜਾ ਦਾ ਢੰਗ ਹੈ, ਆਪੋ ਆਪਣੇ ਇਸ਼ਟ ਦੀ ਆਰਾਧਨਾ ਕਰਨ ਦਾ ਹਰੇਕ ਦਾ ਆਪੋ ਆਪਣਾ ਢੰਗ ਹੈ। ਕਹਿੰਦੇ ਉਸ ਵਿਧੀ ਵਿਧਾਨ ਦੇ ਸਹਿਤ ਸਾਰੇ ਵਰਨ, ਸਾਰੇ ਧਰਮ ਖਤਮ ਹੋ ਕੇ ਪਾਪਾਂ ਦਾ ਹੀ ਬੋਲਬਾਲਾ ਹੋ ਜਾਣਾ ਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਦੇਵੀਆਂ ਦੇ ਮੰਦਰ ਔਰ ਦੇਵਤਿਆਂ ਦੇ ਜਿਹੜੇ ਦੇਹੁਰੇ ਹੈ ਇਹਨਾਂ ਨੇ ਵੀ ਦੂਰ ਹੋ ਜਾਣਾ ਸੀ, ਖਤਮ ਹੋ ਜਾਣਾ ਸੀ। ਇਸ ਪ੍ਰਕਾਰ ਜਿਹੜੀ ਵੇਦਾਂ ਦੀ, ਪੁਰਾਣਾਂ ਦੀ ਕਥਾ ਹੁੰਦੀ ਹੈ, 4 ਵੇਦ ਔਰ 18 ਪੁਰਾਣ, ਸੋ ਕਹਿੰਦੇ 6 ਸ਼ਾਸਤਰ ਇਤਿਆਦਿਕ ਜਿਤਨੇ ਧਾਰਮਿਕ ਗ੍ਰੰਥ ਹਨ ਹਿੰਦੂਆਂ ਦੇ, ਕਿਉਂਕਿ ਜ਼ਿਆਦਾਤਰ ਹਿੰਦੂਆਂ ਦੇ ਉੱਤੇ ਬਹੁਤਾ ਜ਼ੁਲਮ ਹੋ ਰਿਹਾ ਸੀ, ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਜ਼ਬਰਦਸਤੀ। ਜਿਹੜੇ ਨਹੀਂ ਮੰਨਦੇ ਸਨ ਕਤਲ ਕਰ ਦਿੱਤੇ ਜਾਂਦੇ। ਇਸੇ ਕਰਕੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆ ਕੇ ਪੁਕਾਰ ਕੀਤੀ ਸੀ ਨਾ, ਤੇ ਫਿਰ ਗੋਬਿੰਦ ਰਾਏ ਦੇ ਰੂਪ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਦਿੱਲੀ ਵੱਲ ਤੋਰਿਆ ਸੀ ਕਿ ਤੁਸੀਂ ਆਪਣੀ ਕੁਰਬਾਨੀ ਦਿਓ, ਆਪਣਾ ਸੀਸ ਵਾਰ ਦਿਓ ਤਾਂ ਜੋ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕੇ। ਐਡੀ ਵੱਡੀ ਕੁਰਬਾਨੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਪਨ ਦੇ ਵਿੱਚ ਹੀ ਆਪਣੇ ਪਿਤਾ ਜੀ ਨੂੰ ਤੋਰਨਾ। ਇਸ ਕਰਕੇ ਆਪਾਂ ਕਹਿੰਦੇ ਆ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਸਰਬੰਸਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਨਾ ਆਉਂਦੇ, ਨਾ ਉਹ ਕੁਰਬਾਨੀ ਲਈ ਆਪਣੇ ਪਿਤਾ ਜੀ ਨੂੰ ਦਿੱਲੀ ਵੱਲ ਭੇਜਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਦੇਵੀਆਂ ਦੇ ਦੇਵ ਦੁਆਲੇ
ਦੇਹੁਰੇ ਦੇਵਤਿਆਂ ਦੇ ਜਿਹੜੇ ਮੰਦਰ ਹੈ ਉਹ ਵੀ ਸਾਰੇ ਦੂਰ ਹੋ ਜਾਣੇ ਸੀ, ਖਤਮ ਹੋ ਜਾਣੇ ਸੀ। ਰੀਤ ਮਿਤ ਜਾਤੀ ਕਥਾ ਵੇਦਨ ਪੁਰਾਣ ਕੀ, ਸਾਰੀ ਜਿਹੜੀ ਵੇਦਾਂ ਪੁਰਾਣਾਂ ਦੀ ਕਥਾ ਦੀ ਜਿਹੜੀ ਰੀਤੀ ਰਿਵਾਜ ਸੀ ਇਹ ਵੀ ਮਿਟ ਜਾਣੀ ਸੀ, ਖਤਮ ਹੋ ਜਾਣੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰਾ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਸੂਰਮੇ ਹਨ। ਐਸੇ ਦਿਆਲੂ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੂਰਤੀ ਜੇਕਰ ਪ੍ਰਗਟ ਨਾ ਹੁੰਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੂਪ ਨਾ ਆਉਂਦਾ, 10ਵੇਂ ਸਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਰੁਣਾ ਨਿਧਾਨ ਕਿਰਪਾ ਦੇ ਖਜ਼ਾਨੇ ਹਨ ਨਾ ਆਉਂਦੇ। ਅੱਗੇ ਇੱਕ ਹੋਰ ਕਵੀਆਂ ਦਾ ਆਇਆ, ਉਹ ਕਹਿੰਦੇ ਹਨ ਕਿ ਰਾਮ ਛਤਰ ਬੰਧ ਪਰ, ਜਿਵੇਂ ਕਹਿੰਦੇ ਜਿਹੜਾ ਪਰਸਰਾਮ ਸੀ ਉਹ ਛਤਰੀਆਂ ਨੂੰ ਬੰਨ੍ਹਣ ਦੇ ਲਈ ਜਾਂ ਖੱਤਰੀਆਂ ਨੂੰ ਖਤਮ ਕਰਨ ਦੇ ਲਈ ਜਿਹਨੇ ਆਪਣੇ ਕੁਹਾੜੇ ਦੇ ਨਾਲ 21 ਵਾਰ ਖੱਤਰੀਆਂ ਨੂੰ ਵੱਢ ਕੇ ਤੇ ਸਰੋਵਰ ਤਲਾਬ ਭਰ ਕੇ ਉਹਦੇ ਵਿੱਚ ਉਹਨਾਂ ਦੇ ਖੂਨ ਵਿੱਚ ਇਸ਼ਨਾਨ ਕੀਤਾ ਸੀ, ਨਹਾਤਾ ਸੀ। ਜਿਹੜਾ ਇੰਨਾ ਵੱਡਾ ਵੈਰੀ ਬਣ ਗਿਆ ਸੀ ਇਹ ਖੱਤਰੀਆਂ ਦਾ ਪਰਸਰਾਮ। ਜਿਹੜਾ ਕਹਿੰਦੇ ਜਿਵੇਂ ਪਰਸਰਾਮ ਉਹ ਛਤਰੀਆਂ ਨੂੰ ਬੰਨ੍ਹਣ ਦੇ ਲਈ ਉਹਨਾਂ ਉੱਤੇ ਹਾਵੀ ਹੈ, ਤੇ ਇਸੇ ਪ੍ਰਕਾਰ ਰਾਮ ਦਸਕੰਧ ਪਰ, ਰਾਮਚੰਦਰ ਜਿਹੜੇ ਤ੍ਰੇਤੇ ਦੇ ਅਵਤਾਰ ਹੋਏ ਆ, ਰਾਜਾ ਦਸ਼ਰਥ ਦੇ ਪੁੱਤਰ, ਉਹ 10 ਕੰਧ 10 ਕੰਧਿਆਂ ਵਾਲੇ ਭਾਵ 10 ਸਿਰਾਂ ਵਾਲੇ ਰਾਵਣ ਦੇ ਉੱਤੇ ਹਾਵੀ ਬਲਵਾਨ ਹਨ। ਇਸੇ ਪ੍ਰਕਾਰ ਰਾਮ ਜਰਾ ਸਿੰਧ ਪਰ, ਕ੍ਰਿਸ਼ਨ ਭਗਵਾਨ ਦੇ ਵੱਡੇ ਭਰਾ ਰਾਮ ਜਿਹੜੇ ਬਲਰਾਮ ਜੀ ਹਨ, ਉਹਨਾਂ ਨੇ ਜਰਾ ਸਿੰਧ ਨੂੰ ਖਤਮ ਕੀਤਾ ਸੀ, ਉਹ ਉਹਦੇ ਉੱਤੇ ਬਲਵਾਨ ਹਨ, ਉਹਦੇ ਉੱਤੇ ਹਾਵੀ ਹਨ। ਤ੍ਰੈ ਜਿਉ ਨਰ ਸਿੰਘ ਹੈ। ਇਸੇ ਪ੍ਰਕਾਰ ਕਹਿੰਦੇ ਇਹ ਜਿਹੜੇ ਤਿੰਨੇ ਨਰ ਹਨ ਨਾ, ਇਹ ਸ਼ੇਰ ਦੀ ਤਰ੍ਹਾਂ ਬਾਕੀਆਂ ਦੇ ਉੱਤੇ ਹਾਵੀ ਹਨ। ਰੁਦਰ ਨਾਮ ਹੈ ਸ਼ਿਵ ਜੀ ਦਾ, ਜਿਵੇਂ ਸ਼ਿਵ ਜੀ ਕਹਿੰਦੇ ਮਾਰ ਪਰ, ਮਾਰ ਨਾਮ ਹੈ ਕਾਮ ਦਾ। ਹੁਣ ਦੇਖੋ ਇੱਥੇ ਬੜਾ ਸੁੰਦਰ ਕਵੀ ਜੀ ਨੇ ਵਿਖਿਆਨ ਕੀਤਾ ਹੈ, ਇੱਕੋ ਸ਼ਬਦ ਨੂੰ ਕਿੰਨੇ ਅਰਥਾਂ ਵਿੱਚ ਵਰਤਦਾ। ਇੱਥੇ ਮਾਰ ਤੋਂ ਭਾਵ ਹੈ ਕਾਮ, ਜਿਵੇਂ ਸ਼ਿਵ ਜੀ ਨੇ ਕਾਮ ਨੂੰ ਆਪਣੇ ਅਧੀਨ ਕੀਤਾ ਹੋਇਆ, ਕਾਮ ਨੂੰ ਮਾਰਿਆ, ਭਸਮ ਕਰ ਦਿੱਤਾ। ਰੁਦਰ ਜਿਉ ਮਾਰ ਪਰ, ਸ਼ਿਵ ਜੀ ਨੇ ਜਿਵੇਂ ਕਹਿੰਦੇ ਵਿਜੇ ਪ੍ਰਾਪਤ ਕੀਤੀ ਹੋਈ ਹੈ, ਬਲੀ ਹੈ ਕਾਮ ਦੇ ਉੱਤੇ। ਔਰ ਬੈਨ ਤੇ ਮਾਰ ਪਰ, ਬੈਨ ਤੇ ਵਨਤਾ ਦਾ ਪੁੱਤਰ ਗਰੁੜ, ਗਰੁੜ ਜਿਹੜਾ ਬੈਨ ਤੇ ਹੈ ਜਿਹੜਾ ਉਹ ਮਾਰ ਪਰ, ਮਾਰ ਨਾਮ ਸੱਪ ਦਾ, ਜਿਵੇਂ ਸੱਪ ਦੇ ਉੱਤੇ ਬਲਵਾਨ ਆ, ਸਾਰੇ ਸੱਪ ਡਰਦੇ ਆ ਗਰੁੜ ਤੋਂ। ਸੋ ਕਹਿੰਦੇ ਜਿਵੇਂ ਸ਼ਿਵ ਜੀ ਕਾਮ ਦੇ ਉੱਤੇ ਬਲਵਾਨ ਹੈ ਤੇ ਬੈਨ ਤੇ ਗਰੁੜ ਜਿਹੜਾ ਹੈ ਉਹ ਸਾਰੇ ਸੱਪਾਂ ਦੇ ਉੱਤੇ ਹਾਵੀ ਹੈ। ਇਸੇ ਪ੍ਰਕਾਰ ਜਦੋਂ ਪੌਣ ਚੱਲਦੀ ਹੋਵੇ, ਹਵਾ ਚੱਲਦੀ ਹੋਵੇ ਤੇ ਦੀਵਿਆਂ ਦੀ ਕਤਾਰ ਬੰਨ੍ਹ ਕੇ ਤੁਸੀਂ ਜਗਾ ਦਿਓ, ਦੀਪਮਾਲ ਕਰ ਦਿਓ। ਦੀਪ ਮਾਰ ਪਰ, ਪੌਣ ਦੀਪ ਮਾਰ ਪਰ, ਜਿਹੜੀ ਪੌਣ ਹੈ ਹਵਾ ਉਹ ਦੀਪਮਾਲਾ ਦੇ ਉੱਤੇ ਹਾਵੀ ਹੈ, ਉਹਨੂੰ ਬੁਝਾ ਸਕਦੀ ਹੈ, ਉਹਦੇ ਉੱਤੇ ਬਲਵਾਨ ਹੈ। ਇਸੇ ਪ੍ਰਕਾਰ ਮਾਰ ਪਰ ਸਿੰਘ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੰਘ ਹੈ, ਜਾਂ ਇਉਂ ਕਹਿ ਲਓ ਵੀ ਜਿਹੜਾ ਸਿੰਘ ਸ਼ੇਰ ਹੈ, ਉਹ ਆਪਣੇ ਮਾਰ ਦੇ ਉੱਤੇ, ਆਪਣੀ ਮਾਰ ਦੇ ਉੱਤੇ ਹੁੰਦਾ, ਜਦੋਂ ਆਪਣੇ ਸ਼ਿਕਾਰ ਦੇ ਉੱਤੇ ਹਾਵੀ ਬਲਵਾਨ ਹੁੰਦਾ ਹੈ। ਇਸੇ ਪ੍ਰਕਾਰ ਜਿਹੜਾ ਸੂਰ ਕਹੀਏ, ਸੂਰਜ, ਤਮ, ਹਨੇਰਾ, ਬ੍ਰਿੰਦ, ਸਾਰੇ ਉੱਤੇ, ਸਾਰੇ ਹਨੇਰੇ ਦੇ ਉੱਤੇ ਸੂਰਜ ਦਾ ਬਲ ਚੱਲਦਾ ਹੈ। ਜਿੱਥੇ ਸੂਰਜ ਆ ਜਾਂਦਾ ਹਰ ਪ੍ਰਕਾਰ ਦਾ ਹਨੇਰਾ ਖਤਮ ਕਰ ਦਿੰਦਾ ਹੈ। ਸੂਰ ਰਣ ਧੁੰਦ ਪਰ, ਇਸੇ ਪ੍ਰਕਾਰ ਰਣ ਦੇ ਵਿੱਚ ਮੈਦਾਨੇ ਜੰਗ ਵਿੱਚ ਜਿਹੜਾ ਸੂਰਮਾ, ਉਹ ਜਿੱਥੇ ਧੁੰਦ ਦੀ ਜੰਗ ਹੋ ਰਹੀ ਹੈ ਉੱਥੇ ਉਹ ਹਾਵੀ ਹੁੰਦਾ, ਜਾ ਕੇ ਆਪਣੇ ਜ਼ਹੁਰ ਦਿਖਾਉਂਦਾ ਹੈ। ਇਸੇ ਪ੍ਰਕਾਰ ਸੂਰ ਰਣ ਧੁੰਦ ਪਰ, ਜਿੱਥੇ ਅੰਧਾ ਧੁੰਦ ਜੰਗ ਚੱਲ ਰਿਹਾ ਹੋਵੇ, ਬਹੁਤੇ ਦੁਸ਼ਮਣ ਹੋਣ, ਤੇ ਕਈ ਵਾਰੀ ਸੂਰਮਾ ਐਸਾ ਬਲੀ ਬਲਵਾਨ ਹੁੰਦਾ ਹੈ ਵੀ ਉਹ ਸਾਰਿਆਂ ਦੇ ਉੱਤੇ ਇਕੱਲਾ ਹੀ ਭਾਰੀ ਪੈ ਜਾਂਦਾ ਹੈ। ਇਸੇ ਪ੍ਰਕਾਰ ਕਹਿੰਦੇ ਸੂਰ ਨਾਮ ਬਰਾਹ ਦਾ ਵੀ ਹੈ। ਕਹਿੰਦੇ ਜਿਹੜਾ ਬਰਾਹ ਅਵਤਾਰ ਹੋਇਆ ਉਹ ਦਿੱਤੀ ਨੰਦ ਪਰ, ਦਿੱਤੀ ਨੰਦ, ਦਿੱਤੀ ਦੀ ਕੁੱਖੋਂ ਕਸ਼ਯਪ ਦੇ ਘਰੇ ਜਿਹੜਾ ਹਰਨਾਕਸ਼ਪ ਜਿਹੜਾ ਸੀ ਹਰਨਾਕਸ਼ ਦਾ ਵੱਡਾ ਭਰਾ, ਸੋ ਉਹ ਪੈਦਾ ਹੋਇਆ।
ਕਹਿੰਦੇ ਹਰਨਕਸ਼ਪ ਦੇ ਉੱਤੇ ਜਿਵੇਂ ਕਹਿੰਦੇ ਬਰਾ ਬਲਸ਼ਾਲੀ ਹੈ, ਉਹਨੇ ਜਿੱਤ ਪ੍ਰਾਪਤ ਕੀਤੀ ਹੈ, ਦੂਜੇ ਨਰ ਸਿੰਘ ਹੈ। ਇਸੇ ਪ੍ਰਕਾਰ ਕਹਿੰਦੇ ਦੂਜਾ ਜਿਹੜਾ ਉਹਦਾ ਭਰਾ ਹੈ ਹਰਨਾਕਸ਼ ਹੈ, ਉਹਦੇ ਉੱਤੇ ਨਰਸਿੰਘ ਬਲੀ ਹੈ, ਉਹਦੇ ਉੱਤੇ ਨਰਸਿੰਘ ਨੇ ਹਮਲਾ ਕਰਕੇ ਉਹਨੂੰ ਖਤਮ ਕੀਤਾ ਹੈ। ਉਹਦੇ ਉੱਤੇ ਬਲਵਾਨ ਹੈ, ਹਾਵੀ ਹੈ। ਇਸੇ ਪ੍ਰਕਾਰ ਕਾਲ ਹੈ ਜਿਹੜਾ ਮੌਤ ਹੈ, ਉਹ ਸਰਬੰਸ ਪਰ ਉਹ ਸਾਰਿਆਂ ਦੇ ਉੱਤੇ ਬਲੀ ਹੈ, ਕਿਉਂਕਿ ਕਾਲ ਨੇ ਹਰੇਕ ਨੂੰ ਝਪਟਾ ਮਾਰਨਾ ਨਾ, ਕਾਲ ਨਹੀਂ ਖਤਮ ਕਰਨਾ ਹਰੇਕ ਨੂੰ। ਜਦੋਂ ਸਮਾਂ ਆ ਗਿਆ, ਹਰੇਕ ਪ੍ਰਾਣੀ ਜਿਹੜਾ ਇਹ ਦੁਨੀਆ ਦੇ ਉੱਤੇ ਆਇਆ, ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ। ਅੱਜ ਜਾਂ ਕੱਲ੍ਹ ਜਦੋਂ ਵੀ ਸਮਾਂ ਆ ਗਿਆ, ਕਾਲ ਨੇ ਝਪਟਾ ਮਾਰਿਆ ਤੇ ਉਸ ਵਾਲੇ ਹਰੇਕ ਨੂੰ ਇਹਨੇ ਖਤਮ ਕਰ ਦੇਣਾ। ਜਲ ਕਹਾਂ ਥਲ ਕਹਾਂ ਗगन के गौन कहाँ, काल के बनाए सब काल ही चबाहेंगे। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਸਮੇਂ ਦੇ ਕਾਲ ਦੇ ਅਧੀਨ ਹੈ, ਕਾਲ ਨੇ ਝਪਟਾ ਮਾਰ ਕੇ ਸਾਰਿਆਂ ਨੂੰ ਚਬਾ ਜਾਣਾ। ਕਾਲ ਸਰਬੰਸ ਪਰ, ਸਾਰੇ ਲੋਕਾਂ ਦੇ ਉੱਤੇ ਕਾਲ ਹਾਵੀ ਹੈ, ਬਲਸ਼ਾਲੀ ਬਲਵਾਨ ਹੈ। ਔਰ ਦਾਵ ਬਨ ਬੰਸ ਪਰ, ਜਿਹੜੀ ਦਾਵਾ ਅਗਨੀ ਹੈ, ਜੰਗਲ ਵਿੱਚ ਜਿਹੜੀ ਅੱਗ ਲੱਗਦੀ ਹੈ ਉਹਨੂੰ ਦਾਵਾ ਅਗਨੀ ਕਿਹਾ ਜਾਂਦਾ ਹੈ। ਤੇ ਉਹ ਬਨ ਬੰਸ ਪਰ, ਜਿਹੜਾ ਬਣ ਕਹੀਏ ਜੰਗਲ ਹੈ ਬਾਂਸਾਂ ਦੇ ਜੰਗਲ ਦੇ ਉੱਤੇ ਹਾਵੀ ਹੈ। ਜਦੋਂ ਦਾਵਾ ਅਗਨੀ ਲੱਗਦੀ ਹੈ, ਸਾਰੇ ਬਾਂਸਾਂ ਦੇ ਦਰਖਤਾਂ ਨੂੰ ਤੇ ਉਹ ਸਾੜ ਕੇ ਸੁਆਹ ਕਰ ਦਿੰਦੀ ਹੈ। ਸੋ ਇਸ ਕਰਕੇ ਦਾਵਾ ਅਗਨੀ ਬਲੀ ਹੈ ਸਾਰੇ ਬਾਂਸਾਂ ਦੇ ਉੱਤੇ। ਅੱਗੇ ਦੱਸਦੇ ਹਨ, ਇਸੇ ਪ੍ਰਕਾਰ ਜਿਹੜੇ ਮਲੇਸ਼ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਬੈਰ ਕਰਦੇ ਆ ਨਾ, ਜਿਹੜੇ ਮੁਗਲ ਤੁਰਕ ਜਾਂ ਪਹਾੜੀ ਰਾਜੇ, ਸੋ ਕਹਿੰਦੇ ਉਹਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਲੀ ਹਨ, ਬਲਸ਼ਾਲੀ ਹਨ। ਸੁਭਾਏਮਾਨ ਸਤਿਗੁਰੂ ਸਾਹਿਬਾਨ ਜੀ ਦੇ 10 ਹੀ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਤੱਕ 10 ਹੀ ਸਰੂਪਾਂ ਦੀ ਮਹਿਮਾ ਜਿਹੜੀ ਮਹਾਨ ਵੱਡੀ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹੈ ਕਿ ਕਹਿੰਦੇ ਜਿੰਨੀ ਮੱਤ ਜਿਹੜੇ ਕਵੀਆਂ ਦੀ ਹੈ, ਸੋ ਉਸ ਦੇ ਮੁਤਾਬਕ ਕਹਿੰਦੇ ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਕਿਹਾ। ਤੇ ਕਹਿੰਦੇ ਮੈਨੂੰ ਜਿੰਨੀ ਸਤਿਗੁਰ ਨੇ ਮੱਤ ਬੁੱਧ ਬਖਸ਼ੀ ਹੈ, ਉਹਦੇ ਮੁਤਾਬਕ ਕਹਿੰਦੇ ਮੈਂ ਆਪਣੀ ਕਾਵਿ ਰਚਨਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਇਤਿਹਾਸ ਕਥਨ ਕੀਤਾ ਹੈ। ਤੇ ਜਿਹੜੇ ਵੀ ਇਸ ਨੂੰ ਪੜ੍ਹਦੇ ਸੁਣਦੇ ਹਨ, ਉਹਨਾਂ ਦੇ ਦੁੱਖ ਨਾਸ਼ ਹੋ ਜਾਂਦੇ ਹਨ, ਉਹਨਾਂ ਦੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਇੱਥੋਂ ਤੱਕ ਜਿਹੜੇ ਕਵੀਆਂ ਦੇ ਕਵਿੱਤ ਸਨ। ਅੱਗੇ ਇਹ ਦੋਹਰੇ ਦੇ ਵਿੱਚ ਹੁਣ ਭਾਈ ਸੰਤੋਖ ਸਿੰਘ ਜੀ ਸਮਾਪਤੀ ਕਰਦੇ ਹੋਏ ਆਪਣੇ ਵੱਲੋਂ ਨਿਮਰਤਾ ਪੂਰਵਕ ਵਚਨ ਕਰਦੇ ਹੋਏ ਕਹਿ ਰਹੇ ਆ ਵੀ ਜਿੰਨੀ ਸਤਿਗੁਰੂ ਨੇ ਮੱਤ ਬਖਸ਼ੀ ਹੈ ਉਹਦੇ ਮੁਤਾਬਕ ਮੈਂ ਲਿਖਿਆ, ਤੇ ਇਸ ਨੂੰ ਪੜ੍ਹਨ ਸੁਣਨ ਵਾਲਿਆਂ ਦੇ ਸਾਰੇ ਦੁੱਖ ਨਿਵਰਤ ਹੋ ਜਾਣਗੇ, ਨਾਸ਼ ਹੋ ਜਾਣਗੇ। ਕਹਿੰਦੇ ਸਿੱਪੀ ਦੇ ਨਾਲ ਸਿੰਧ ਨੂੰ ਸਮੁੰਦਰ ਨੂੰ ਉਲੀਚਿਆ ਨਹੀਂ ਜਾ ਸਕਦਾ। ਉਲੀਚਣਾ ਜਾਂ ਝੱਟਣਾ ਕਹਿ ਲਓ, ਕਲਮੁੰਜਣਾ ਕਹਿ ਲਓ। ਅੰਜੁਲ ਦੇ ਵਿੱਚ ਭਰ ਕੇ, ਬੁੱਕਾਂ ਦੇ ਵਿੱਚ ਭਰ ਕੇ, ਜਿੱਦਾਂ ਆਪਾਂ ਬਾਹਰ ਨੂੰ ਨਹੀਂ ਸੁੱਟਦੇ ਪਾਣੀ, ਕਹਿੰਦੇ ਇੱਦਾਂ ਸਿੱਪੀ ਦੇ ਵਿੱਚ ਭਰ ਕੇ ਆਪਾਂ ਸਮੁੰਦਰ 'ਚੋਂ ਪਾਣੀ ਬਾਹਰ ਸੁੱਟਣ ਲੱਗ ਜਾਈਏ ਤੇ ਸਮੁੰਦਰ ਨੂੰ ਝੱਟਿਆ ਨਹੀਂ ਜਾ ਸਕਦਾ, ਸਮੁੰਦਰ ਨੂੰ ਖਾਲੀ ਨਹੀਂ ਕੀਤਾ ਜਾ ਸਕਦਾ, ਸਮੁੰਦਰ ਦੇ ਪਾਣੀ ਨੂੰ ਉਲੀਚਿਆ ਨਹੀਂ ਜਾ ਸਕਦਾ। ਰਾਜ ਕਣ ਗਿਣੇ ਨਾ ਜਾਹੇ। ਇਸੇ ਪ੍ਰਕਾਰ ਜਿਹੜੇ ਧੂੜ ਦੇ ਕਣ ਹੈ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇਸੇ ਪ੍ਰਕਾਰ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦਾ ਜੀਵਨ ਸਾਗਰ ਦੇ ਵਾਂਗ ਵਿਸ਼ਾਲ ਹੈ, ਜਿਨ੍ਹਾਂ ਦੀ ਮਹਿਮਾ ਕਹਿੰਦੇ ਉਹ ਰਾਜ ਦੇ ਕਣਾਂ ਵਾਂਗੂ ਹਰ ਜਗ੍ਹਾ ਦੇ ਉੱਤੇ ਬਿਖਰੀ ਹੋਈ ਹੈ ਨਾ, ਧੂੜੀ ਦੇ ਕਣਾਂ ਵਾਂਗੂ। ਕਹਿੰਦੇ ਉਹਨਾਂ ਦੀ ਮਹਿਮਾ, ਉਹਨਾਂ ਦੇ ਗੁਣ, ਉਹਨਾਂ ਦੀ ਮਹਿਮਾ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਵੀ ਜੀ ਕਹਿੰਦੇ ਨੇ, ਕਹਿੰਦੇ ਸੁੱਖ ਦੇ ਜਿਹੜੇ ਸੁੱਖ ਹੈ ਕਹਿੰਦੇ ਲੋਕ ਪਰਲੋਕ ਦੇ, ਉਹਨਾਂ ਨੂੰ ਕਹਿੰਦੇ ਜੇ ਕੋਈ ਵਾਂਛੇ ਚਾਹੇ, ਤੇ ਮੈਂ ਕਹਿੰਦੇ ਜਿਹੜੇ ਪਰਲੋਕ ਦੇ ਸੁੱਖਾਂ ਨੂੰ ਚਾਹੁੰਦਾ ਸੀ। ਤੇ ਜਿਹੜੇ ਇਹ ਸ਼ੁਭ ਗੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਿਖੇ ਹੈ, ਜਿਹੜਾ ਕੋਈ ਇਹਨਾਂ ਨੂੰ ਸੁਣ ਲਵੇਗਾ
ਸੁਣ ਕੇ ਇਹਨਾਂ ਨੂੰ ਧਾਰਨ ਕਰ ਲਵੇਗਾ। ਤਿਨ ਪਰਸਾਨ ਹਿਤ ਗੁਰ ਕਥਾ ਮੈਂ ਵਰਨੀ ਵਿਸਥਾਰ। ਜਿਹੜੇ ਲੋਕ ਪਰਲੋਕ ਦੇ ਸੁੱਖ ਚਾਹੁੰਦੇ ਹਨ ਤੇ ਸ਼ੁਭ ਗੁਣਾਂ ਨੂੰ ਸੁਣ ਕੇ ਜਿਨ੍ਹਾਂ ਨੇ ਧਾਰਨ ਕੀਤਾ ਇਸ ਕਥਾ ਦੇ ਵਿੱਚੋਂ, ਸਤਿਗੁਰੂ ਜੀ ਦੇ ਜੀਵਨ ਵਿੱਚੋਂ, ਉਹਨਾਂ ਦੀ ਪ੍ਰਸੰਨਤਾ ਦੇ ਹਿੱਤ, ਉਹਨਾਂ ਦੀ ਪ੍ਰਸੰਨਤਾ ਦੇ ਲਈ, ਖੁਸ਼ੀ ਦੇ ਲਈ ਭਾਈ ਸਾਹਿਬ ਜੀ ਕਹਿੰਦੇ ਮੈਂ ਵਿਸਥਾਰ ਦੇ ਸਹਿਤ ਬਹੁਤ ਡਿਟੇਲ ਦੇ ਵਿੱਚ ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਵਰਣਨ ਕੀਤੀ ਹੈ। ਫਿਰ ਕਹਿੰਦੇ ਜਿਹੜੇ ਮੈਖੇ ਐ, ਭੈਂਸੇ ਝੋਟੇ ਐ, ਤੇ ਕੋਲ ਨਾਮ ਹੈ ਸੂਰ ਦਾ, ਸੂਰ ਹਨ, ਖਰ ਗਧੇ ਹਨ, ਇਸੇ ਪ੍ਰਕਾਰ ਸਵਾਨ ਕੁੱਤੇ ਹਨ, ਇਹ ਸਾਰੇ ਮਿਲ ਕੇ ਚਾਹੇ ਮਲਿਨ ਕਰ ਗੰਗ, ਪਵਿੱਤਰ ਗੰਗਾ ਨੂੰ ਜੇ ਇਹ ਮਲੀਨ ਕਰਨਾ ਚਾਹਣ, ਜਾ ਕੇ ਉਹਦੇ ਵਿੱਚ ਖੌਰੂ ਪਾਉਣ, ਕੀ ਉਹ ਗੰਗਾ ਨੂੰ ਮਲੀਨ ਕਰ ਸਕਦੇ ਆ ਭਾਈ? ਕਦੇ ਵੀ ਨਹੀਂ ਕਰ ਸਕਦੇ, ਕਿਉਂਕਿ ਗੰਗਾ ਤਾਂ ਮਹਾ ਪਰਮ ਪਵਿੱਤਰ ਹੈ, ਗੰਗਾ ਨੂੰ ਉਹ ਮਲੀਨ ਨਹੀਂ ਕਰ ਸਕਦੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਕਥਾ ਹੈ ਇਹ ਵੀ ਗੰਗਾ ਜਲ ਦੇ ਵੱਤ ਨਿਰਮਲ ਹੈ। ਸਤਿਗੁਰੂ ਜੀ ਦੀ ਜੀਵਨ ਧਾਰਾ ਬਹੁਤ ਨਿਰਮਲ ਹੈ। ਤੇ ਜੇਕਰ ਕਵੀ ਜੀ ਕਹਿੰਦੇ ਕੋਈ ਉਹ ਮੈਖੇ ਝੋਟਿਆਂ ਵਾਂਗੂ ਜਿਹੜੇ ਹੰਕਾਰੀ ਲੋਕ ਆ ਉਹ ਆ ਜਾਣ, ਹੰਕਾਰੀ ਲੋਕ, ਤੇ ਜਾਂ ਜਿਵੇਂ ਝੋਟਿਆਂ ਦਾ ਕੰਮ ਹੁੰਦਾ ਭਿੜਨਾ, ਤੇ ਜਿਨ੍ਹਾਂ ਨੇ ਐਵੇਂ ਸਿੰਘ ਫਸਾਉਣ ਦਾ ਹੀ ਕਈਆਂ ਦਾ ਕੰਮ ਹੁੰਦਾ ਨਾ, ਵੀ ਐਵੇਂ ਇਤਿਹਾਸ ਦੇ ਵਿੱਚੋਂ ਕੋਈ ਨਾ ਕੋਈ ਪੁਆਇੰਟ ਚੱਕ ਕੇ ਤੇ ਜਾ ਕੇ ਕਿਸੇ ਨਾ ਕਿਸੇ ਗਿਆਨੀ ਸਿੰਘ ਨਾਲ ਜਾ ਕੇ ਸਿੰਘ ਫਸਾ ਲੈਣੇ, ਆ ਇੱਦਾਂ ਨਹੀਂ ਹੋਇਆ ਜੀ, ਇੱਦਾਂ ਹੋਇਆ, ਆਹ ਨਹੀਂ ਲਿਖਣਾ ਚਾਹੀਦਾ ਸੀ, ਆਹ ਲਿਖਣਾ ਚਾਹੀਦਾ ਸੀ, ਐਵੇਂ ਤਰਕਾਂ ਕੁਤਰਕਾਂ ਕਰਨ ਵਾਲੇ ਉਹਨਾਂ ਨੂੰ ਕਵੀ ਜੀ ਮੈਖੇ ਝੋਟਿਆਂ ਦੇ ਨਾਲ ਸੰਗਿਆ ਦਿੰਦੇ ਆ। ਕਹਿੰਦੇ ਜਿਹੜੇ ਐਵੇਂ ਸਿੰਘ ਫਸਾਉਣ ਵਾਲੇ ਝੋਟਿਆਂ ਵਰਗੇ ਹੰਕਾਰੀ ਲੋਕ ਹੈ। ਇਸੇ ਪ੍ਰਕਾਰ ਕੋਲ ਜਿਵੇਂ ਸੂਰ ਹੈ ਜਿਹੜਾ ਉਹ ਗੰਦਗੀ ਖਾਂਦਾ ਨਾ, ਜਿਨ੍ਹਾਂ ਨੇ ਕਹਿੰਦੇ ਨਿੰਦਿਆ ਰੂਪੀ ਗੰਦਗੀ ਖਾਣੀ ਹੁੰਦੀ ਹੈ, ਚੰਗੀ ਗੱਲ ਨਹੀਂ ਲੈਣੀ ਹੁੰਦੀ, ਨਿੰਦਿਆ ਕਰਨ ਰੂਪੀ ਗੰਦਗੀ ਖਾਣੀ ਹੁੰਦੀ ਹੈ ਤੇ ਨਿੰਦਿਆ ਕਰਦੇ ਰਹਿੰਦੇ ਆ। ਇਸੇ ਪ੍ਰਕਾਰ ਖਰ ਜਿਹੜੇ ਗਧੇ ਆ, ਖੋਤੇ ਆ, ਖੋਤਿਆਂ ਵਾਂਗੂ ਜਿਹੜੇ ਕਾਮੀ ਹੈ, ਕਾਮੀ ਲੋਕ ਹਨ, ਔਰ ਸਵਾਨ ਕੁੱਤਿਆਂ ਦੀ ਤਰ੍ਹਾਂ ਜਿਹੜੇ ਲਾਲਚੀ ਲੋਕ ਹੈ। ਕਹਿੰਦੇ ਇਹ ਸਾਰੇ ਮਿਲ ਕੇ ਚਾਹੇ ਮਲਿਨ ਕਰ ਗੰਗ, ਸਾਰੇ ਮਿਲ ਕੇ ਸਤਿਗੁਰਾਂ ਦੀ ਗੰਗਾ ਰੂਪੀ ਜਿਹੜੀ ਕਥਾ ਨਾ ਇਹਨੂੰ ਮਲੀਨ ਕਰਨਾ ਚਾਹੁੰਦੇ ਆ, ਪਰ ਕਹਿੰਦੇ ਉਹਨਾਂ ਦਾ ਵਸ ਨਹੀਂ ਚੱਲਦਾ। ਇਹ ਮਲੀਨ ਤਾਂ ਕਰਨਾ ਚਾਹੁੰਦੇ ਹਨ, ਕਿਉਂਕਿ ਅੱਜ ਆਪਾਂ ਦੇਖਦੇ ਹੀ ਆ ਕਿੰਨਿਆਂ ਦਾ ਜ਼ੋਰ ਲੱਗਿਆ। ਕੋਈ ਕਹੀ ਜਾਂਦਾ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਰੱਦ ਕਰ ਦੇਣਾ ਚਾਹੀਦਾ ਹੈ, ਇਹਦੀ ਕਥਾ ਨਹੀਂ ਹੋਣੀ ਚਾਹੀਦੀ ਜੀ, ਇਹਦੇ ਵਿੱਚ ਗੰਦ ਲਿਖਿਆ। ਬੜੇ ਭੈੜੇ ਭੈੜੇ ਸ਼ਬਦ ਵਰਤਦੇ ਆ ਸਟੇਜਾਂ ਦੇ ਉੱਤੇ। ਵਰਤਦੇ ਵੀ ਉਹੀ ਲੋਕ ਆ ਜਿਨ੍ਹਾਂ ਨੇ 20-20 ਸਾਲ ਇਸੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਸਾਖੀਆਂ ਸੁਣਾ ਕੇ ਵੱਡੇ ਵੱਡੇ ਮਹੱਲ ਉਸਾਰ ਲਏ, ਕਰੋੜਾਂ ਦੀਆਂ ਗੱਡੀਆਂ ਵਿੱਚ ਝੂਟੇ ਲਏ, ਦੇਸ਼ਾਂ ਵਿਦੇਸ਼ਾਂ ਦੇ ਸਫ਼ਰ ਕੀਤੇ, ਡਾਲਰ ਪਾਉਂਡ ਪਤਾ ਨਹੀਂ ਕਿੰਨਾ ਰਿਪੌਰਡ ਇਹ ਇਤਿਹਾਸ ਸੁਣਾ ਸੁਣਾ ਕੇ ਇਕੱਠਾ ਕੀਤਾ। ਤੇ ਉਹ ਇਕੱਠੀ ਕੀਤੀ ਹੋਈ ਮਾਇਆ ਦੇ ਨਾਲ ਅੱਜ ਐਸ਼ ਪ੍ਰਸਤੀ ਕਰਕੇ ਤੇ ਉਹਨਾਂ ਦਾ ਦਿਮਾਗ ਇੰਨਾ ਕੁ ਮਾਇਆ ਧਾਰੀਆਂ ਦਾ ਖਰਾਬ ਹੋਇਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਇੰਨਾ ਕੁ ਉਹਨਾਂ ਦਾ ਦਿਮਾਗ ਖਰਾਬ ਹੋਇਆ। ਹਰ ਇੱਕ ਗੱਲ ਤੇ ਜਿੱਥੋਂ ਮਰਜ਼ੀ ਸ਼ੁਰੂ ਕਰ ਲੈਣ, ਐਂਡ ਉਹਨਾਂ ਦਾ ਇੱਥੇ ਆ ਕੇ ਹੁੰਦਾ ਵੀ ਜਿਹੜਾ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਤਾ ਨਾ ਇਹ ਤਾਂ ਬਹੁਤ ਗਲਤ ਲਿਖਿਆ। ਗੁਰੂ ਕੀ ਜਿਹੜੀ ਕਥਾ ਲਿਖ ਦਿੱਤੀ ਹੈ ਨਾ ਇਹ ਤਾਂ ਬਹੁਤ ਗਲਤ ਉਹਨਾਂ ਲਿਖੀ ਹੈ। ਪਤਾ ਨਹੀਂ ਕਿਹੜੀ ਮਨਸ਼ਾ ਦੇ ਅਧੀਨ ਉਹ ਐਸਾ ਕਰ ਰਹੇ ਹੈ, ਕੀ ਉਹਨਾਂ ਦੇ ਦਿਮਾਗ ਵਿੱਚ ਚੱਲਦਾ ਹੈ, ਏਜੰਸੀਆਂ ਨੇ ਖਰੀਦੇ ਹੋਏ ਹੈ ਜਾਂ ਆਪਣੇ ਆਪ ਨੂੰ ਬਹੁਤ ਵੱਡੇ ਸਮਝਣ ਲੱਗ ਪਏ ਆ, ਵਿਦਵਾਨ ਸਮਝਣ ਲੱਗ ਪਏ ਆ, ਹਰ ਗੱਲ ਤੇ ਹੀ ਤਰਕਾਂ ਕੁਤਰਕਾਂ। ਔਰ ਐਸੇ ਜਿਹੜਾ ਪ੍ਰਚਾਰਕ ਲਾਣਾ ਹੈ ਜਿਹੜਾ ਦਲੀਲਾਂ ਦਾ ਝੋਲਾ ਭਰ ਕੇ ਲੈ ਕੇ ਆਉਂਦੇ ਆ ਸਟੇਜ ਤੇ ਬਹਿ ਕੇ, ਬਸ ਉਹਨਾਂ ਨੇ ਜਿਹੜੀ ਪੋਜ਼ਿਟਿਵ ਨਹੀਂ ਦੱਸਣਾ, ਨੈਗੇਟਿਵਿਟੀ ਫੈਲਾਉਣੀ ਆ ਸੰਗਤ ਦੇ ਵਿੱਚ। ਆਹ ਵੀ ਗਲਤ ਆ, ਆਹ ਵੀ ਗਲਤ ਆ, ਆਹ ਵੀ ਗਲਤ ਆ। ਹਾਲਾਂਕਿ ਹੋਣਾ ਤਾਂ ਇਹ ਚਾਹੀਦੀ ਹੈ ਵੀ ਸਹੀ ਦੱਸੋ ਵੀ ਸਹੀ ਕੀ ਹੈ, ਸੰਗਤ ਦੀ ਸ਼ਰਧਾ ਭਾਵਨਾ ਬਣੇ, ਸੰਗਤ ਜੁੜੇ ਗੁਰੂ ਨਾਲ। ਪਰ ਕਈ ਜਿਹੜੇ ਉਹ ਜੋੜਨ ਦਾ ਕਾਰਨ ਘੱਟ ਬਣਦੇ ਆ, ਤੋੜਨ ਦਾ ਬਹੁਤਾ ਬਣ ਜਾਂਦੇ ਆ। ਕੋਈ ਨਾ ਕੋਈ ਇੱਦਾਂ ਦੀ ਗੱਲ ਕੱਢ ਕੇ ਸੁਣਾ ਦੇਣੀ ਹੈ, ਠੀਕ ਹੈ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਇਤਿਹਾਸਕ ਗ੍ਰੰਥਾਂ ਦੇ ਵਿੱਚ ਬਹੁਤ ਸਾਰਾ ਰਲਾ ਪੈਦਾ ਹੋਇਆ ਹੈ। ਇਹ ਕਵੀ ਜੀ ਤੋਂ ਬਾਅਦ ਵਿੱਚ ਹੋਇਆ ਜਾਂ ਉਹਨਾਂ ਦੇ ਸਮੇਂ ਹੋਇਆ, ਇਹ ਤਾਂ ਰੱਬ ਜਾਣਦਾ ਹੈ ਜਾਂ ਉਹ ਕਵੀ ਜੀ ਜਾਣਦੇ ਹੋਣਗੇ, ਜਿਨ੍ਹਾਂ ਦੇ ਜਾਣ ਦੇ ਨਾਲ ਹੀ ਇਹ ਸਾਰਾ ਖਤਮ ਹੋ ਗਿਆ। ਪਰ ਉਹਨਾਂ ਨੇ ਪੰਥ ਨੂੰ ਸਮਰਪਿਤ ਕੀਤਾ ਸਾਰਾ ਇਤਿਹਾਸ ਲਿਖ ਕੇ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੀਤਾ ਹੈ ਵੀ ਭਾਈ ਆ ਮੈਂ ਲਿਖ ਦਿੱਤਾ, ਜੇ ਇਹਦੇ ਵਿੱਚ ਕੋਈ ਗਲਤੀ ਹੋਵੇ, ਕੋਈ ਚੀਜ਼ ਗੁਰਮਤਿ ਅਨੁਸਾਰੀ ਨਾ ਲੱਗੇ ਤਾਂ ਇਸ ਨੂੰ ਪੰਥ ਆਪਣੇ ਤਰੀਕੇ ਨਾਲ ਪੜ੍ਹ ਸਕਦਾ, ਸੁਣ ਸਕਦਾ, ਸੋਧ ਸਕਦਾ।
ਤੇ ਸੰਪਰਦਾਵਾਂ ਦੇ ਵਿੱਚ ਸਿਖਾਇਆ ਜਾਂਦਾ, ਜਦੋਂ ਕਥਾ ਸਿਖਾਉਂਦੇ ਆ ਵੀ ਆਹ ਚੀਜ਼ ਸੁਣਾਉਣੀ ਹੈ, ਆਹ ਇਹਨੂੰ ਛੱਡ ਦੇਣਾ ਹੈ। ਭਾਈ ਵੀਰ ਸਿੰਘ ਜੀ ਨੇ ਥਾਂ ਥਾਂ ਪਰਿਆਏ ਲਿਖੇ ਆ, ਥਾਂ ਥਾਂ ਟੂਕਾਂ ਹੇਠਾਂ ਦਿੱਤੀਆਂ ਹੋਈਆਂ, ਫੁੱਟਨੋਟ ਲਿਖੇ ਹੈ ਵੀ ਆਹ ਚੀਜ਼ ਗੁਰਮਤਿ ਅਨੁਸਾਰ ਹੈ, ਆਹ ਨਹੀਂ ਹੈ, ਇਹਨੂੰ ਸੁਣਾਉਣਾ, ਇਹਨੂੰ ਨਹੀਂ ਸੁਣਾਉਣਾ। ਇਹ ਤਾਂ ਪਹਿਲਾਂ ਤੋਂ ਹੀ ਸਭ ਕੁਝ ਦੱਸਿਆ ਜਾਂਦਾ ਹੈ। ਪਰ ਕਈ ਨਵੇਂ ਤੇ ਕਈ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਗੁੰਮਰਾਹ ਇਸ ਤਰੀਕੇ ਨਾਲ ਕਰਦੇ ਹੈ। ਇਉਂ ਲੱਗਦਾ ਹੈ ਵੀ ਸ਼ਾਇਦ ਵੀ ਇਹਨਾਂ ਨੂੰ ਪਤਾ, ਅੱਜ ਤੱਕ ਜਿਹੜੇ ਕਥਾ ਪੜ੍ਹਦੇ ਰਹੇ ਆ, ਸੁਣਦੇ ਰਹੇ ਆ, ਕਰਦੇ ਰਹੇ ਆ, ਕਰਾਉਂਦੇ ਰਹੇ ਆ ਕਥਾ, ਉਹਨਾਂ ਨੂੰ ਕੁਝ ਪਤਾ ਨਹੀਂ ਸੀ। ਉਹ ਫਿਰ ਵੀਡੀਓ ਤੇ ਵੀਡੀਓ YouTube ਦੇ ਉੱਤੇ ਪਾ ਕੇ ਆਪਣੇ ਵਿਊ ਵਧਾਉਣ ਨੂੰ, ਲਾਈਕ ਵਧਾਉਣ ਨੂੰ, YouTube ਤੋਂ ਪੈਸਾ ਕਮਾਉਣ ਨੂੰ ਨਿੱਤ ਨਵੇਂ ਸ਼ੋਸ਼ੇ ਛੱਡਦੇ ਰਹਿੰਦੇ ਆ ਲੋਕ। ਐਸੇ ਗੁੰਮਰਾਹਕੁਨ ਲੋਕ ਜਿਹੜੇ ਆ, ਉਹਨਾਂ ਦੀ ਬਾਬਤ ਹੀ ਇੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਲੋਕਾਂ ਨੂੰ ਝੋਟਿਆਂ ਵਰਗੇ ਹੰਕਾਰੀ, ਸਿੰਘ ਫਸਾਉਣ ਵਾਲੇ, ਸੂਰਾਂ ਵਰਗੇ ਗੰਦ ਖਾਣ ਵਾਲੇ, ਤੇ ਇਸੇ ਪ੍ਰਕਾਰ ਜਿਹੜੇ ਖਰਾਂ ਵਰਗੇ, ਗਧਿਆਂ ਵਰਗੇ ਕਾਮੀ ਤੇ ਕੁੱਤਿਆਂ ਵਰਗੇ ਲਾਲਚੀ ਲਿਖਿਆ। ਕਹਿੰਦੇ ਉਹ ਸਾਰੇ ਮਿਲ ਕੇ ਸਤਿਗੁਰੂ ਜੀ ਦੀ ਗੰਗਾ ਵਰਗੀ ਕਥਾ ਨੂੰ ਮਲੀਨ ਕਰਨਾ ਚਾਹੁੰਦੇ ਹਨ। ਇਸੇ ਪ੍ਰਕਾਰ ਕੁਝ ਵਾਦੀ ਲੋਕ ਜਿਨ੍ਹਾਂ ਦਾ ਕੰਮ ਹੀ ਵਾਦ ਵਿਵਾਦ ਕਰਨਾ, ਝਗੜੇ ਖੜੇ ਕਰਨਾ, ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਲੈ ਕੇ ਝਗੜੇ ਝੇੜੇ ਹੀ ਖੜੇ ਕਰਦੇ ਆ। ਕਵੀ ਜੀ ਕਹਿੰਦੇ ਚੱਲੇ ਨਾ ਬਸ ਕੁਛ ਸੰਗ, ਪਰ ਕਹਿੰਦੇ ਮੇਰੇ ਨਾਲ ਉਹਨਾਂ ਦਾ ਕੋਈ ਵਸ ਨਹੀਂ ਚੱਲਦਾ। ਹੁਣ ਦੇਖੋ ਕਿੰਨਾ ਜ਼ੋਰ ਲਾਇਆ ਕਿ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੋਣੀ ਬੰਦ ਹੋ ਗਈ, ਕੀ ਇਹ ਬੰਦ ਕਰਾ ਦੇਣਗੇ? ਨਹੀਂ, ਇਹ ਤਾਂ ਗੁਰਮੁਖ ਪਿਆਰਿਓ ਸਤਿਗੁਰਾਂ ਦਾ ਜਿਹੜਾ ਸੁੰਦਰ ਇਤਿਹਾਸ ਹੈ, ਪੂਰੀ ਦੁਨੀਆ ਦੇ ਜਿੰਨੇ ਗੁਰੂ ਘਰਾਂ ਵਿੱਚ ਕਥਾ ਹੁੰਦੀ ਹੈ, ਸਾਰੇ ਜਗ੍ਹਾ ਤੇ ਕਥਾ ਹੁੰਦੀ ਹੈ। ਉਹਨਾਂ ਦੇ ਕਹਿਣ ਨਾਲ ਕੀ ਹੋ ਗਿਆ? ਆਪੋ ਆਪਣਾ ਰੌਲਾ ਪਾ ਕੇ ਬਹਿ ਗਏ, ਨਿੰਦਿਆ ਰੂਪੀ ਗੰਦ ਖਾ ਕੇ ਬਹਿ ਗਏ। ਕੋਈ ਫਰਕ ਪਿਆ? ਨਾ ਹੀ ਫਰਕ ਪੈਣਾ। ਜਿਹੜੇ ਸ਼ਰਧਾ ਭਾਵਨਾ ਵਾਲੇ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਵੀ ਜਿਹੜੇ ਪੱਕੇ ਭਗਤ ਬਣੇ ਹੁੰਦੇ ਆ ਨਾ, ਚੇਲੇ ਚਾਟੜੇ ਹੁੰਦੇ ਆ, ਉਹ ਥੋੜ੍ਹੇ ਬਹੁਤੇ ਗੁੰਮਰਾਹ ਹੋ ਜਾਂਦੇ ਆ, ਪਰ ਗੁਰੂ ਕਿਰਪਾ ਕਰੇਗਾ, ਸਮਾਂ ਆਉਣ ਤੇ ਸਭ ਨੂੰ ਸੋਝੀ ਆਏਗੀ, ਸਮਾਂ ਆਏਗਾ ਉਹ ਵੀ ਆ ਜਾਣੇ ਆ ਇਸ ਪਾਸੇ। ਸੋ ਕਵੀ ਜੀ ਕਹਿੰਦੇ ਉਹ ਬੜਾ ਕਹਿੰਦੇ ਜ਼ੋਰ ਲਾਉਂਦੇ ਆ, ਬੜਾ ਵਾਦ ਵਿਵਾਦ ਕਰਦੇ ਆ, ਪਰ ਕਹਿੰਦੇ ਉਹਨਾਂ ਦਾ ਕੋਈ ਮੇਰੇ ਸੰਗ, ਮੇਰੇ ਨਾਲ ਕੋਈ ਵਸ ਨਹੀਂ ਚੱਲਦਾ। ਹੁਣ ਕਵੀ ਜੀ ਉਹਨਾਂ ਦੀ ਹਾਲਤ ਦੱਸਦੇ ਆ, ਕਹਿੰਦੇ ਉਹ ਲੋਕ ਹੁੰਦੇ ਕਿਹੋ ਜਿਹੇ ਆ ਜਿਹੜੇ ਇੱਦਾਂ ਕਿੰਤੂ ਪਰੰਤੂ ਕਰਨ ਵਾਲੇ ਆ। ਕਹਿੰਦੇ ਪਰ ਗੁਣ ਨਹੀਂ ਸਰਾਹਤੇ, ਪਰਾਏ ਗੁਣਾਂ ਨੂੰ ਉਹ ਸਰਾਹ ਹੀ ਨਹੀਂ ਸਕਦੇ। ਜੇ ਭਾਈ ਸੰਤੋਖ ਸਿੰਘ ਜੀ ਦੀ ਮਹਿਮਾ ਹੁੰਦੀ ਆ ਨਾ ਵੀ ਭਾਈ ਸਾਹਿਬ ਜੀ ਨੇ ਇੰਨਾ ਵਧੀਆ ਇਤਿਹਾਸਕ ਗ੍ਰੰਥ ਲਿਖਤਾ, ਤੇ ਉਹਨਾਂ ਲੋਕਾਂ ਨੂੰ ਚੰਗੀ ਥੋੜ੍ਹਾ ਲੱਗਦੀ ਆ। ਉਹ ਤਾਂ ਬੜੇ ਭੈੜੇ ਸ਼ਬਦ ਜਿਹੜੇ ਸਟੇਜ ਦੇ ਉੱਤੇ ਵਰਤੇ ਨਹੀਂ ਜਾ ਸਕਦੇ। ਉਹਨਾਂ ਦੇ ਚੇਲੇ ਚਾਟੜੇ ਆਮ ਹੀ ਆਪਾਂ ਦੇਖਦੇ ਹਾਂ ਫੇਸਬੁੱਕ ਦੇ ਉੱਤੇ, ਹੋਰ ਜਗ੍ਹਾ ਜਗ੍ਹਾ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹੋ ਜਿਹੇ ਭੱਦੇ ਕੋਮੈਂਟ ਕਰਦੇ ਆ, ਭਾਈ ਸਾਹਿਬ ਵਾਸਤੇ ਭੱਦੀ ਸ਼ਬਦਾਵਲੀ ਵਰਤਦੇ ਆ ਜਿਹੜੀ ਕਹਿਣ ਦੇ ਵਿੱਚ ਨਹੀਂ ਆ ਸਕਦੀ ਸਟੇਜਾਂ ਦੇ ਉੱਤੇ। ਸੋ ਕਹਿੰਦੇ ਉਹ ਕਰਦੇ ਕਿਉਂ ਹੈ? ਕਿਉਂਕਿ ਉਹਨਾਂ ਲੋਕਾਂ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੁੰਦੇ ਆ ਵੀ ਪਰ ਗੁਣ ਨਹੀਂ ਸਰਾਹਤੇ, ਪਰਾਏ ਗੁਣਾਂ ਦੀ ਸਰਾਹਨਾ ਵਡਿਆਈ ਉਹ ਕਰ ਹੀ ਨਹੀਂ ਸਕਦੇ। ਕਿਉਂ ਨਹੀਂ ਕਰ ਸਕਦੇ? ਆਪਣੇ ਮੈਂ ਗੁਣ ਨਾਹੇ, ਕਿਉਂਕਿ ਉਹਨਾਂ ਵਿੱਚ ਆਪਣੇ ਆਪ ਵਿੱਚ ਕੋਈ ਗੁਣ ਨਹੀਂ ਹੁੰਦਾ। ਹੁਣ ਕੀ ਉਹ ਇੱਕ ਵੀ ਅਧਿਆਏ, ਕੋਈ 10-20 ਪੰਗਤੀਆਂ ਭਾਈ ਸੰਤੋਖ ਸਿੰਘ ਜੀ ਦੇ ਬਰਾਬਰ ਦੀਆਂ ਲਿਖ ਸਕਦੇ ਆ ਉਹ ਲੋਕ ਜਿਹੜੇ ਕਹਿੰਦੇ ਆ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਰੱਦ ਕਰ ਦੇਣਾ ਚਾਹੀਦਾ? ਆਪਣੇ ਵਿੱਚ ਗੁਣ ਕੋਈ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਵੀ ਇਹੋ ਜਿਹੇ ਲੋਕਾਂ ਨੂੰ ਨਾ ਅਸਲੀ ਖੋਤੇ, ਅਸਲੀ ਗਧੇ ਆਖਿਆ। ਗੁਰਬਾਣੀ ਵਿੱਚ ਵਚਨ ਆਉਂਦਾ ਨਾ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਕਹਿੰਦੇ ਉਹ ਅਸਲੀ ਖੋਤੇ ਐ, ਅਸਲੀ ਗਧੇ ਆ ਜਿਹੜੇ ਬਿਨਾਂ ਗੁਣਾਂ ਤੋਂ ਹੀ ਹੰਕਾਰ ਕਰੀ ਫਿਰਦੇ ਆ। ਆਪ ਨੂੰ ਆਉਂਦਾ ਜਾਂਦਾ ਕੁਛ ਨਹੀਂ, ਬਸ ਸੁਣੀਆਂ ਸੁਣਾਈਆਂ ਗੱਲਾਂ ਅਗਾਂਹ ਚੱਕ ਕੇ ਸਿੱਧਾ ਹੀ ਭਾਈ ਸੰਤੋਖ ਸਿੰਘ ਜੀ ਦੇ ਉੱਤੇ ਕਟਾਕਸ਼, ਗੁਰ ਇਤਿਹਾਸ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ। ਉਹ ਦੂਜਿਆਂ ਦੀ ਸਰਾਹਨਾ, ਦੂਜਿਆਂ ਦੀ ਵਡਿਆਈ ਸ਼ੋਭਾ ਕਰ ਨਹੀਂ ਸਕਦੇ, ਕਿਉਂਕਿ ਆਪਣੇ ਵਿੱਚ ਗੁਣ ਕੋਈ ਨਹੀਂ ਹੈ। ਗੁਰੂ ਘਰ ਦੇ ਅਨੰਨ ਸਿੱਖ ਮਹਾਂਪੁਰਖ ਭਾਈ ਸੰਤੋਖ ਸਿੰਘ ਜੀ ਹੁਣ ਬਚਨ ਕਰ ਰਹੇ ਆ। ਕਹਿੰਦੇ ਉਹਨਾਂ ਦਾ ਹਾਲਾਤ ਕੀ ਹੋਏਗਾ? ਇਹਾਂ ਤਪੇ, ਇੱਥੇ ਵੀ ਤਪਦੇ ਹੀ ਰਹਿੰਦੇ ਆ। ਸ਼ੋਭਾ ਸੁਣ ਸੁਣ ਕੇ ਸਤਿਗੁਰੂ ਜੀ ਦੀ ਇਤਿਹਾਸ ਦੀ ਕਥਾ ਨੂੰ ਜਦੋਂ ਕੋਈ ਗਿਆਨੀ ਸਿੰਘ, ਕੋਈ ਮਹਾਂਪੁਰਖ ਸੁਣਾਉਂਦਾ ਨਾ, ਕੋਈ ਸਿੰਘ ਸੁਣਾਉਂਦਾ ਹੈ, ਤੇ ਉਹ ਤਪਦੇ ਰਹਿੰਦੇ ਆ। ਫਿਰ ਵੀਡੀਓ ਬਣਾਉਣਗੇ, ਆਹ ਦੇਖੋ ਜੀ ਇਹਨਾਂ ਨੇ ਆਹ ਬੋਲਿਆ, ਤੇ ਇਹ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ ਸੀ, ਇਹ ਆਹ ਗਲਤ ਲਿਖਤਾ, ਆਹ ਗਲਤ ਬੋਲ ਦਿੱਤਾ, ਆਹ ਗਲਤ ਕਥਾ ਕਰੀ ਜਾਂਦੇ ਆ। ਐਵੇਂ ਆਪਣੇ ਆਪ ਹੀ ਤਪਦੇ ਰਹਿੰਦੇ, ਕਿਸੇ ਦਾ ਕੀ ਵਿਗਾੜਦੇ ਆ। ਤੌੜੀ ਜਦੋਂ ਉਬਲਦੀ ਹੈ ਕਿਸੇ ਦਾ ਨੁਕਸਾਨ ਤਾਂ ਨਹੀਂ ਕਰਦੀ ਭਾਈ,
ਆਪਣੇ ਕੰਡੇ ਸਾੜਦੀ ਆ ਨਾ, ਆਪਣੇ ਕਿਨਾਰਿਆਂ ਤੋਂ ਬਾਹਰ ਹੋ ਕੇ ਕੀ ਕਰਦੀ ਆ, ਆਪਣੇ ਆਪ ਨੂੰ ਸਾੜਦੀ ਰਹਿੰਦੀ ਹੈ, ਕਿਸੇ ਦਾ ਕੁਝ ਨਹੀਂ। ਇਸੇ ਤਰ੍ਹਾਂ ਉਹ ਲੋਕ ਜਿਹੜੇ ਉਹ ਤਪਦੇ ਰਹਿੰਦੇ ਆ, ਖਪਦੇ ਰਹਿੰਦੇ ਆ, ਮਨ ਦੇ ਵਿੱਚ ਬੜਾ ਦੁੱਖ ਪਾਉਂਦੇ ਆ, ਤੇ ਉਹਨਾਂ ਦੀ ਹਾਲਤ ਕੀ ਹੋਣੀ ਹੈ ਬਾਅਦ ਵਿੱਚ? ਕਹਿੰਦੇ ਜਦੋਂ ਮਰ ਜਾਣਗੇ ਨਾ, ਮਰੈ ਨਰਕ ਮੈਂ ਪਾਏ, ਮਰ ਜਾਣਗੇ ਤੇ ਨਰਕਾਂ ਵਿੱਚ ਪਾਏ ਜਾਣਗੇ ਜਿਹੜੇ ਨਿੰਦਿਆ ਕਰਦੇ ਹਨ ਇਤਿਹਾਸ ਦੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਹੁਣ ਇਹ ਪੰਜਵੀਂ ਰੁੱਤ ਜਿਹੜਾ ਇਹ ਗ੍ਰੰਥ ਹੈ ਸੋ ਇਸ ਨੂੰ ਸੰਪੂਰਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਮਹਿਮਾ ਤੇ ਹੋਰ ਬਹੁਤ ਸਾਰੇ ਕਵੀਆਂ ਦੇ ਜਿਹੜੇ ਕਵਿਤ ਹੈ ਕਹਿੰਦੇ ਮੈਂ ਖੋਜ ਕੇ ਲਿਖ ਦਿੱਤੇ ਹਨ। ਭਾਈ ਸਾਹਿਬ ਜੀ ਕਹਿੰਦੇ ਇਹਨੂੰ ਪੜ੍ਹੋ ਸੁਣੋ, ਸ਼ਰਧਾ ਭਾਵਨਾ ਧਾਰਨ ਕਰੋ, ਪੜ੍ਹ ਸੁਣ ਕੇ ਹਰੋ ਭਰਮ, ਆਪਣੇ ਭਰਮ ਜਿਹੜੇ ਸ਼ੰਕੇ ਆ ਉਹਨਾਂ ਨੂੰ ਹਰ ਲੋ, ਨਿਵਰਤ ਕਰ ਲੋ, ਕਰ ਪ੍ਰੇਮ, ਔਰ ਗੁਰੂ ਦੇ ਨਾਲ ਪ੍ਰੇਮ ਕਰੋ, ਗੁਰੂ ਕੀ ਕਥਾ ਦੇ ਨਾਲ ਪ੍ਰੇਮ ਕਰੋ। ਭਾਈ ਸਾਹਿਬ ਜੀ ਕਹਿੰਦੇ ਸੁਗਮ ਜਿਹੜਾ ਸਹੀ ਰਸਤਾ ਹੈ, ਗੁਰਮਤਿ ਦਾ ਰਸਤਾ, ਇਹਦੇ ਉੱਤੇ ਚੱਲੋ, ਸਿਮਰਨ ਕਰੋ, ਵਾਹਿਗੁਰੂ ਨਾਮ ਦਾ ਸਿਮਰਨ ਕਰੋ, ਕਥਾ ਸੁਣੋ, ਸਤਿਗੁਰੂ ਦੀ ਮਹਿਮਾ ਕਰੋ, ਤੇ ਇਸੇ ਪ੍ਰਕਾਰ ਲਹੋ ਹੋ ਸੁਗਮ ਹੀ ਛੇਮ, ਸਿਮਰਨ ਨਾਮ ਚੇਤੇ ਕਰਨ ਦਾ। ਔਰ ਇਹ ਜਿਹੜੀ ਕਥਾ ਤੁਸੀਂ ਸੁਣਦੇ ਆ ਕਹਿੰਦੇ ਇਹਨੂੰ ਚੇਤੇ ਵਿੱਚ ਵੀ ਰੱਖੋ, ਯਾਦ ਵੀ ਰੱਖੋ ਇਤਿਹਾਸ ਨੂੰ। ਔਰ ਲਹੋ ਹੋ ਸੁਗਮ ਹੀ ਛੇਮ, ਜਦੋਂ ਤੁਸੀਂ ਇਸ ਸੁਗਮ ਦੇ ਉੱਤੇ, ਚੰਗੇ ਰਸਤੇ ਦੇ ਉੱਤੇ ਗਮਨ ਕਰੋਗੇ, ਚੱਲੋਗੇ, ਤਾਂ ਕਹਿੰਦੇ ਤੁਸੀਂ ਛੇਮ ਕਲਿਆਣ ਮੁਕਤੀ ਨੂੰ ਪ੍ਰਾਪਤ ਕਰ ਲਵੋਗੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨਿਮਰਤਾ ਵਿੱਚ ਆ ਕੇ ਬਚਨ ਕਰਦੇ ਹੈ, ਕਹਿੰਦੇ ਜੇਕਰ ਮੇਰੇ ਕੋਲੋਂ ਲਿਖਦੇ ਤੋਂ ਕੋਈ ਉਕਾਈ ਰਹਿ ਗਈ ਹੋਵੇ, ਕੋਈ ਗਲਤੀ ਰਹਿ ਗਈ ਹੋਵੇ, ਕੋਈ ਭੁੱਲ ਹੋ ਗਈ ਹੋਵੇ, ਕੋਈ ਚੀਜ਼ ਗੁਰਮਤਿ ਅਨੁਸਾਰ ਹੀ ਨਾ ਲਿਖੀ ਗਈ ਹੋਵੇ, ਤਾਂ ਭਾਈ ਸਾਹਿਬ ਜੀ ਕਹਿੰਦੇ ਪੜ੍ਹ ਕੇ ਤੁਸੀਂ ਕ੍ਰੋਧ ਨਾ ਧਾਰੋ, ਗੁੱਸਾ ਨਾ ਕਰੋ ਮੇਰੀ ਗੱਲ ਦਾ, ਕਿਉਂਕਿ ਮੈਂ ਤਾਂ ਆਪਣੀ ਮੱਤ ਮੁਤਾਬਕ ਲਿਖਿਆ, ਜਾਂ ਜੋ ਉਸ ਵੇਲੇ ਦਾ ਮਾਹੌਲ ਸੀ, ਭਾਈ ਸਾਹਿਬ ਦੇ ਉੱਤੇ ਜੋ ਪ੍ਰੈਸ਼ਰ ਬਿਲਡ ਕੀਤਾ ਗਿਆ ਹੋਣਾ, ਕੋਈ ਵੀ ਆਹ ਨਹੀਂ ਲਿਖਣਾ ਜੀ, ਆਹ ਵੀ ਲਿਖ ਦਿਓ, ਆਹ ਵੀ ਲਿਖ ਦਿਓ। ਬਾਕੀ ਮਤਾਂ ਮਤਾਂਤਰਾਂ ਵਾਲਿਆਂ ਨੇ ਜਾਂ ਜਿਸ ਕੈਥਲ ਦੇ ਰਾਜੇ ਕੋਲ ਉਹ ਰਹਿੰਦੇ ਸਨ, ਕਿਉਂਕਿ ਰਾਜਿਆਂ ਦਾ ਪ੍ਰਭਾਵ ਵੀ ਤਾਂ ਹੁੰਦਾ ਹੀ ਹੈ ਨਾ, ਕਿਤਾਬਾਂ ਉਸੇ ਤਰ੍ਹਾਂ ਦੀਆਂ ਲਿਖੀਆਂ ਜਾਂਦੀਆਂ ਜਿਸ ਤਰ੍ਹਾਂ ਦੀਆਂ ਸਰਕਾਰਾਂ ਚਾਹੁੰਦੀਆਂ। ਅੱਜ ਦੇਖ ਲਓ ਜਿੰਨਾ ਸਕੂਲਾਂ ਵਿੱਚ ਸਿਲੇਬਸ ਇਹ ਸਰਕਾਰਾਂ ਦੇ ਕਹੇ ਮੁਤਾਬਕ ਹੀ ਲਿਖਿਆ ਜਾਂਦਾ ਹੈ, ਬੱਚਿਆਂ ਨੂੰ ਅਗਾਂਹ ਪੜ੍ਹਾਇਆ ਜਾਂਦਾ। ਤੇ ਦੇਖੋ ਅੱਜ ਕਿੰਨੇ ਕੁ ਸਿੱਖ ਸ਼ਹੀਦਾਂ ਦਾ ਜਾਂ ਨਿਰੋਲ ਗੁਰ ਇਤਿਹਾਸ ਨੂੰ ਪੰਜਾਬ ਦੀ ਧਰਤੀ ਦੇ ਉੱਤੇ, ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ 'ਤੇ, ਜਿਉਂਦਾ ਗੁਰਾਂ ਦੇ ਨਾਂ 'ਤੇ ਕਿੰਨਾ ਕੁ ਪੜ੍ਹਾਇਆ ਜਾਂਦਾ। ਸੋ ਉਹ ਸਰਕਾਰਾਂ ਹੀ ਇਹ ਸਭ ਕੁਝ ਨਿਯਤ ਕਰਦੀਆਂ ਨਾ ਵੀ ਕਿਸ ਤਰ੍ਹਾਂ ਦਾ ਲਿਖਣਾ ਹੈ। ਤੇ ਹੋ ਸਕਦਾ ਭਾਈ ਸਾਹਿਬ ਸੰਤੋਖ ਸਿੰਘ ਦੇ ਉੱਤੇ ਵੀ ਇਸ ਪ੍ਰਕਾਰ ਦਾ ਉਦੋਂ ਪ੍ਰੈਸ਼ਰ ਹੋਵੇ, ਕੁਝ ਗੱਲਾਂ ਲਿਖਾ ਦਿੱਤੀਆਂ ਗਈਆਂ ਹੁਣ ਜਾਂ ਉਹਨਾਂ ਤੋਂ ਬਾਅਦ ਵਿੱਚ। ਔਰ ਐਸਾ ਵੀ ਜ਼ਿਕਰ ਆਉਂਦਾ ਕਿ ਇੱਕ ਇਹਨਾਂ ਦਾ ਭਤੀਜਾ ਸੀ, ਉਹ ਵੀ ਭਾਈ ਸੰਤੋਖ ਸਿੰਘ ਜੀ ਨੂੰ ਡਰਾ ਧਮਕਾ ਕੇ ਰੱਖਦਾ ਸੀ ਤੇ ਆਪਣੀ ਮਰਜ਼ੀ ਦੇ ਨਾਲ ਸੋ ਵਿੱਚ ਕਈ ਜਗ੍ਹਾ ਤੇ ਦੇਵੀ ਦੇਵਤਿਆਂ ਦੀ ਉਸਤਤ ਵੀ ਉਹਨੇ ਲਿਖਾਈ ਭਾਈ ਸਾਹਿਬ ਜੀ ਨੂੰ ਮਜਬੂਰ ਕਰਕੇ। ਸੋ ਠੀਕ ਹੈ ਵੀ ਰਲਾ ਹੈ, ਪਰ ਆਪਾਂ ਨੈਗੇਟਿਵਿਟੀ ਨੂੰ ਤਾਂ ਨਹੀਂ ਅੱਗੇ ਲੈ ਕੇ ਆਉਣਾ, ਵੀ ਚੰਗਾ ਚੰਗਾ ਪੱਖ ਹੈ ਜਿਹੜਾ ਉਹ ਸੁਣਾਉਂਦੇ ਜਾਓ ਸੰਗਤ ਦੇ ਵਿੱਚ। ਸੋ ਭਾਈ ਸਾਹਿਬ ਜੀ ਕਹਿੰਦੇ ਜੇਕਰ ਮੇਰੇ ਕੋਲ ਕੋਈ ਉਕਾਈ ਹੋਈ ਹੈ, ਕੋਈ ਗਲਤੀ ਹੋਈ ਹੈ, ਤਾਂ ਹੇ ਸਰੋਤਾ ਜਨੋ, ਹੇ ਗੁਰੂ ਕੇ ਖਾਲਸਾ ਜੀ, ਤੁਸੀਂ ਕ੍ਰੋਧ ਨਾ ਧਾਰੋ, ਕਿਉਂਕਿ ਮੇਰੀ ਤਾਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੰਦਨਾ ਨਮਸਕਾਰ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਕਹਿੰਦੇ ਜਿੱਥੇ ਜਿੱਥੇ ਮੈਥੋਂ ਕੋਈ ਭੁੱਲ ਹੋਈ ਹੈ ਖਾਲਸਾ ਜੀ, ਤੁਸੀਂ ਇਹਨੂੰ ਸੁਧਾਰ ਕੇ ਸੋਧ ਕੇ ਪੜ੍ਹ ਲਵੋ। ਭਾਈ ਸਾਹਿਬ ਜੀ ਕਹਿੰਦੇ ਮੈਂ ਤਾਂ ਆਪਣੀ ਗਿਰਾ, ਆਪਣੀ ਜ਼ੁਬਾਨ ਨੂੰ ਸਫਲੀ ਕਰਨ ਵਾਸਤੇ ਔਰ ਇਸ ਪ੍ਰਕਾਰ ਦੋਵੇਂ ਜੁਗ ਨਾਮ ਹੈ ਦੋ ਦਾ, ਦੋਵੇਂ ਲੋਕਾਂ ਦੇ, ਲੋਕ ਦੇ ਅਤੇ ਪ੍ਰਲੋਕ ਦੇ ਸੁੱਖਾਂ ਦਾ ਹੇਤ ਕਰਕੇ, ਸੁੱਖਾਂ ਦਾ ਕਾਰਨ ਲੱਭ ਕੇ, ਸੁੱਖਾਂ ਦਾ ਪ੍ਰੇਮ ਕਰਕੇ ਕਿ ਮੈਨੂੰ ਲੋਕ ਪ੍ਰਲੋਕ ਦੇ ਸੁੱਖ ਪ੍ਰਾਪਤ ਹੋਣ, ਮੈਂ ਇਸ ਕਰਕੇ ਆਪਣੀ ਜ਼ੁਬਾਨ ਨੂੰ, ਆਪਣੀ ਬਾਣੀ ਨੂੰ ਸਫਲਾ ਕਰਨ ਵਾਸਤੇ ਲਿਖਿਆ ਹੈ। ਕਹਿੰਦੇ ਮੈਂ ਜਿਹੜੀ ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹਨਾਂ ਦੀ ਕਥਾ ਵਰਣਨ ਕਰ ਦਿੱਤੀ ਹੈ ਨਾ, ਦਸੇ ਪਾਤਸ਼ਾਹੀਆਂ ਦਾ ਇਤਿਹਾਸ,
ਔਰ ਇਹ ਪੰਜਵੀਂ ਰੁੱਤ ਦੇ ਵਿੱਚ ਜੋ ਕਥਾ ਮੈਂ ਵਰਣਨ ਕੀਤੀ ਹੈ, ਇਹ ਕਹਿੰਦੇ ਇਸ ਕਥਾ ਨੂੰ ਜਿਹੜਾ ਵੀ ਪੜ੍ਹੇਗਾ, ਸੁਣੇਗਾ, ਸ਼ਰਧਾ ਭਾਵਨਾ ਰੱਖੇਗਾ, ਉਹਨਾਂ ਦੇ ਉੱਤੇ ਵੀ ਸਤਿਗੁਰੂ ਜੀ ਕਿਰਪਾ ਕਰਨਗੇ। ਤੇ ਮੈਂ ਜਿਹੜਾ ਵਰਣਨ ਕਰਨ ਵਾਲਾ ਮੈਨੂੰ ਵੀ ਇਸ ਕਥਾ ਨੇ 4 ਪਦਾਰਥ ਦੇ ਤੇ 4 ਪਦਾਰਥ ਦੇਣੇ ਆ, ਧਰਮ, ਅਰਥ, ਕਾਮ, ਮੋਖ, ਸਭ ਕੁਝ ਇਸ ਕਥਾ ਤੋਂ ਮਿਲ ਜਾਣਾ ਹੈ। ਭਾਈ ਸਾਹਿਬ ਜੀ ਕਹਿੰਦੇ ਇਹ ਕਥਾ ਲਿਖਣ ਨਾਲ ਸਤਿਗੁਰੂ ਸਾਹਿਬਾਨ ਦੀ ਮੇਰੇ ਉੱਤੇ ਇੰਨੀ ਕਿਰਪਾ ਹੋਈ ਕਿ ਮੇਰੇ ਜਿਉਂਦੇ ਜੀ ਸਤਿਗੁਰੂ ਜੀ ਨੇ ਬਹੁਤ ਸੁੱਖ ਆਰਾਮ ਮੈਨੂੰ ਬਖਸ਼ਿਸ਼ ਕਰ ਦਿੱਤੇ ਹਨ ਔਰ ਬਾਂਛਤ ਪ੍ਰਾਪਤ ਕੀਨ। ਤੇ ਕਹਿੰਦੇ ਜਿਹੜੇ ਮੈਂ ਬਾਂਛਦਾ ਮੈਂ ਚਾਹੁੰਦਾ ਹਾਂ, ਸੋ ਕਹਿੰਦੇ ਉਹ ਵੀ ਮੈਨੂੰ ਮਿਲ ਰਹੇ ਹਨ ਔਰ ਮਿਲ ਜਾਣਗੇ, ਪ੍ਰਾਪਤ ਹੋ ਜਾਣਗੇ। ਭਾਈ ਸਾਹਿਬ ਜੀ ਕਹਿੰਦੇ ਮੇਰੇ ਹਿਰਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਹੈ ਕਿ ਜਦੋਂ ਮੈਂ ਪਰਲੋਕ ਦੇ ਵਿੱਚ ਜਾਵਾਂਗਾ, ਇਹ ਦੁਨੀਆ ਤੋਂ ਜਾਵਾਂਗਾ, ਹੋਏ ਸਹਾਈ ਪ੍ਰਵੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਸੁਗੜ ਸੁਜਾਨ ਹਨ, ਮੇਰੀ ਸਹਾਇਤਾ ਕਰਨਗੇ, ਮੇਰੇ ਸਹਾਈ ਹੋਣਗੇ ਹਰੇਕ ਜਗ੍ਹਾ ਦੇ ਉੱਤੇ। ਜਿਹੜੀ ਮੈਂ ਇਹ ਸੇਵਾ ਕੀਤੀ ਹੈ, ਇਹਦੇ ਨਾਲ ਸਤਿਗੁਰੂ ਜੀ ਮੈਨੂੰ ਲੋਕ ਪਰਲੋਕ ਦੇ ਸੁੱਖ ਬਖਸ਼ਣਗੇ ਔਰ ਮੇਰੀ ਲੋਕ ਪਰਲੋਕ ਦੇ ਵਿੱਚ ਸਹਾਇਤਾ ਕਰਨ ਵਾਲੇ ਮੇਰੇ ਨਾਲ ਆ ਕੇ ਖੜੇ ਹੋਣਗੇ। ਸੋ ਇਸ ਪ੍ਰਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਜਿਹੜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ ਦੀ ਇੱਥੇ ਸਮਾਪਤੀ ਕੀਤੀ ਹੈ। ਕੱਲ੍ਹ ਤੋਂ 6ਵੀਂ ਰੁੱਤ ਦੀ ਆਰੰਭਤਾ ਹੋ ਜਾਣੀ ਹੈ ਅਗਲੇ ਭਾਗ ਦੀ। ਸੋ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਮੈਂ 2 ਮਿੰਟਾਂ ਵਿੱਚ ਸਮਾਪਤੀ ਕਰਨ ਲੱਗਿਆ ਜੀ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਦੇ ਨਾਮ ਤੋਂ ਸਪਸ਼ਟ ਹੈ, ਇਸ ਗ੍ਰੰਥ ਦਾ ਜਿਹੜਾ ਨਾਮ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਇਹਦਾ ਭਾਵ ਕੀ ਹੈ, ਅਰਥ ਕੀ ਹੈ। ਸ਼੍ਰੀ ਗੁਰਪ੍ਰਤਾਪ ਸ਼ੋਭਾਏਮਾਨ ਗੁਰੂ ਸਾਹਿਬਾਨਾਂ ਦਾ ਜਿਹੜਾ ਤੇਜ ਪ੍ਰਤਾਪ ਹੈ, ਉਸ ਦਾ ਜਿਹੜਾ ਸੂਰਜ ਹੈ, ਸਤਿਗੁਰਾਂ ਦੇ ਤੇਜ ਪ੍ਰਤਾਪ ਨੂੰ ਜੋ ਚਮਕ ਹੈ, ਚਮਕ ਦਮਕ ਹੈ, ਉਹਨੂੰ ਲੋਕਾਂ ਦੇ ਵਿੱਚ ਜਿਹੜਾ ਪ੍ਰਗਟ ਕੀਤਾ ਲਿਖ ਕੇ ਭਾਈ ਸਾਹਿਬ ਨੇ ਉਹਦਾ ਨਾਮ ਰੱਖਿਆ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਕਿਉਂ ਰੱਖਿਆ? ਕਿਉਂਕਿ ਜਿਵੇਂ ਸੂਰਜ ਦੇ ਨਾਲ 6 ਰੁੱਤਾਂ ਪੈਦਾ ਹੁੰਦੀਆਂ, ਸੂਰਜ ਦੀ ਗਰਦਿਸ਼ ਨਾਲ ਹੀ ਹੈ ਨਾ। ਸੂਰਜ ਧਰਤੀ ਦੇ ਨੇੜੇ ਆ ਤਾਂ ਗਰਮੀ ਰੁੱਤ ਹੈ, ਸੋ ਇਸੇ ਪ੍ਰਕਾਰ ਥੋੜ੍ਹਾ ਦੂਰ ਹੁੰਦਾ ਜਾਂਦਾ ਹੈ ਤਾਂ ਉਸ ਹਿਸਾਬ ਨਾਲ ਇਹ ਜਿਹੜੀਆਂ 6 ਰੁੱਤਾਂ, ਬਸੰਤ, ਚੇਤ, ਵਿਸਾਖ ਦੇ ਮਹੀਨੇ ਵਿੱਚ, ਇਸੇ ਤਰ੍ਹਾਂ ਜੇਠ, ਹਾੜ੍ਹ ਵਿੱਚ ਗਰਮੀ ਆ ਜਾਂਦੀ ਹੈ, ਸਾਉਣ, ਭਾਦੋਂ ਵਿੱਚ ਮੀਂਹ ਪੈਣ ਲੱਗ ਜਾਂਦੇ ਆ, ਬਰਸਾਤ ਰੁੱਤ ਸ਼ੁਰੂ ਹੋ ਜਾਂਦੀ ਹੈ, ਅੱਸੂ ਕੱਤਕ ਦੇ ਵਿੱਚ ਸਰਦ ਰੁੱਤ ਆ ਜਾਂਦੀ ਹੈ, ਠੰਡ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਇਸੇ ਪ੍ਰਕਾਰ ਮੱਘਰ ਪੋਹ ਦੇ ਵਿੱਚ ਹਿਮਕਰ ਰੁੱਤ, ਹਿਮ ਰੁੱਤ ਆ ਜਾਂਦੀ ਹੈ, ਬਰਫ਼ ਪੈਣ ਲੱਗ ਜਾਂਦੀ ਹੈ, ਕੋਹਰਾ ਜੰਮਣ ਲੱਗ ਪੈਂਦਾ ਹੈ। ਔਰ ਆਪਣੇ ਖੈਰ ਘੱਟ ਹੈ, ਕਈ ਇਲਾਕਿਆਂ ਦੇ ਵਿੱਚ ਸਨੋਫਾਲ ਹੋਣ ਲੱਗ ਪੈਂਦੀ ਹੈ, ਬਰਫ਼ ਡਿੱਗਣ ਲੱਗ ਪੈਂਦੀ ਹੈ, ਬਰਫ਼ਬਾਰੀ। ਆਪਣੇ ਵੀ ਸਵੇਰੇ ਸਵੇਰੇ ਆਪਾਂ ਦੇਖਦੇ ਹੁੰਦੇ ਹਾਂ ਵੀ ਘਾਹ ਦੇ ਉੱਤੇ ਕੋਹਰਾ ਜੰਮਿਆ ਹੁੰਦਾ, ਸੋ ਉਹਨੂੰ ਹਿਮ ਰੁੱਤ ਕਹਿੰਦੇ ਆ। ਅਤੇ ਇਸੇ ਪ੍ਰਕਾਰ ਫਿਰ ਸਿਸਰ ਰੁੱਤ ਆਉਂਦੀ ਹੈ, ਪਤਝੜ ਆਉਂਦੀ ਹੈ। ਇਹ 6 ਰੁੱਤਾਂ ਹੈ। ਜਿਵੇਂ ਸੂਰਜ ਦੀਆਂ 6 ਰੁੱਤਾਂ ਹੁੰਦੀਆਂ ਸੂਰਜ ਦੇ ਨਾਲ, ਇਸੇ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਨੇ ਪਹਿਲੀ ਤੋਂ ਲੈ ਕੇ 6 ਤੱਕ ਇਹ ਰੁੱਤਾਂ, ਜਿਵੇਂ ਅੱਜ 5ਵੀਂ ਰੁੱਤ ਦੀ ਸਮਾਪਤੀ ਹੋਈ ਹੈ, ਕੱਲ੍ਹ ਨੂੰ 6 ਰੁੱਤਾਂ, ਇਹ 6 ਗ੍ਰੰਥ ਲਿਖੇ ਆ ਇਤਿਹਾਸ ਦੇ। ਇਸੇ ਪ੍ਰਕਾਰ ਜਿਵੇਂ ਸੂਰਜ ਉਦੈ ਹੁੰਦਾ ਹੈ, ਫਿਰ ਦੁਪਹਿਰ ਹੁੰਦੀ ਆ, ਦੁਪਹਿਰ ਤੋਂ ਬਾਅਦ ਫਿਰ ਢਲਦਾ ਹੈ, ਉਹਨੂੰ ਕਹਿੰਦੇ ਆ ਪੂਰਬਾਰਧ ਅਤੇ ਉੱਤਰਾਰਧ। ਪੂਰਬਾਰਧ ਜਿਹੜਾ ਪਹਿਲਾ ਭਾਗ ਲਿਖਿਆ ਹੋਇਆ ਹੈ ਸ਼੍ਰੀ ਨਾਨਕ ਪ੍ਰਕਾਸ਼ ਦਾ, ਅਤੇ ਉੱਤਰਾਰਧ ਜਿਹੜਾ ਪਿਛਲਾ ਭਾਗ, 2 ਭਾਗ ਸ਼੍ਰੀ ਨਾਨਕ ਪ੍ਰਕਾਸ਼ ਦੇ ਭਾਈ ਸਾਹਿਬ ਜੀ ਨੇ ਲਿਖੇ ਹੈ। ਇਸੇ ਪ੍ਰਕਾਰ ਸੂਰਜ ਦੇ ਨਾਲ 6 ਰੁੱਤਾਂ ਅਤੇ 12 ਰਾਸਾਂ ਹੁੰਦੀਆਂ, ਜਿਹੜੀਆਂ ਰਾਸ਼ੀਆਂ ਨਹੀਂ ਹੁੰਦੀਆਂ, ਕੁੰਭ ਹੈ, ਤੁਲਾ ਹੈ, ਮਕਰ ਹੈ, ਸਿੰਘ ਹੈ, ਸੋ 12 ਰਾਸਾਂ ਜਿਹੜੀਆਂ ਸੂਰਜ ਦੀਆਂ। ਇਸੇ ਪ੍ਰਕਾਰ ਭਾਈ ਸਾਹਿਬ ਜੀ ਨੇ 12 ਰਾਸਾਂ ਰੱਖਿਆ ਗ੍ਰੰਥਾਂ ਦਾ ਨਾਂ, 1 ਤੋਂ ਲੈ ਕੇ 12 ਤੱਕ 12 ਰਾਸਾਂ ਹਨ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ 12 ਭਾਗ ਉਹ ਹਨ। ਇਸੇ ਪ੍ਰਕਾਰ ਸੂਰਜ ਦੇ 2 ਪੱਖ ਹੁੰਦੇ ਆ 6 ਮਹੀਨੇ। ਇੱਕ ਨੂੰ ਆਪਾਂ ਕਹਿੰਦੇ ਆ ਉਤਰਾਇਣ, ਇੱਕ ਨੂੰ ਕਹਿੰਦੇ ਆ ਦਖਣਾਇਣ। ਜਿਵੇਂ ਹੁਣ ਆ ਦਖਣਾਇਣ ਸ਼ੁਰੂ ਹੋ ਗਿਆ, ਇਹ ਜਿਹੜਾ ਦਖਣਾਇਣ ਭਾਗ ਹੈ, ਸੋ ਗੁਰਮੁਖ ਪਿਆਰਿਓ, ਇਹ 21 ਜੂਨ ਤੋਂ ਲੈ ਕੇ 22 ਦਸੰਬਰ ਤੱਕ ਜਾਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ 10 ਹਾੜ੍ਹ ਤੋਂ ਸ਼ੁਰੂ ਹੋ ਕੇ 9 ਪੋਹ ਤੱਕ ਦਖਣਾਇਣ ਪੱਖ ਚੱਲਦਾ 6 ਮਹੀਨੇ। ਅਤੇ ਇਸੇ ਪ੍ਰਕਾਰ ਫਿਰ ਇਸ ਤੋਂ ਬਾਅਦ ਜਿਹੜਾ 9 ਪੋਹ ਤੋਂ ਬਾਅਦ 10 ਪੋਹ ਤੋਂ ਲੈ ਕੇ 9 ਹਾੜ੍ਹ ਤੱਕ ਜਿਹੜਾ ਇਹ ਉਤਰਾਇਣ ਚੱਲਦਾ। ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ 2 ਐਨ ਲਿਖਿਆ, ਐਨ ਨਾਮ ਘਰ ਦਾ,
ਸੂਰਜ ਦੇ ਦੋ ਘਰ ਹਨ, ਉਤਰਾਇਣ ਤੇ ਦਖਣਾਇਣ। ਇਸੇ ਪ੍ਰਕਾਰ ਦੋ ਗ੍ਰੰਥ ਜਿਹੜੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਦੋ ਐਨ ਭਾਈ ਸਾਹਿਬ ਨੇ ਲਿਖਿਆ, ਦੋ ਐਨ 6 ਰੁੱਤਾਂ 12 ਰਾਸਾਂ। ਸਾਰਾ ਇਹ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ 10 ਪਾਤਸ਼ਾਹੀਆਂ ਦਾ ਇਤਿਹਾਸ ਭਾਈ ਸਾਹਿਬ ਜੀ ਨੇ ਵਰਣਨ ਕੀਤਾ ਹੈ। ਸੋ ਅੱਜ 5ਵੀਂ ਰੁੱਤ ਦੀ ਸਮਾਪਤੀ ਹੋਈ ਹੈ। ਅੱਗੇ ਜਿਵੇਂ 6ਵੀਂ ਰੁੱਤ ਆਏਗੀ, ਸੋ ਸਤਿਗੁਰੂ ਸਾਹਿਬ ਜੀ ਦੇ ਕਿਲੇ ਨੂੰ ਘੇਰਾ ਪੈਣਾ, ਅਨੰਦਪੁਰ ਸਾਹਿਬ ਨੂੰ ਘੇਰਾ, ਮਾਤਾ ਜੀ ਨੇ ਸਿੰਘਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਕਿਲਾ ਛੱਡਣ ਦੇ ਲਈ ਕਹਿਣਾ, ਸਰਸਾ ਨਦੀ ਤੇ ਪਰਿਵਾਰ ਵਿਛੋੜਾ, ਚਮਕੌਰ ਗੜੀ ਦਾ ਇਤਿਹਾਸ, ਸਰਹੰਦ ਫਤਿਹਗੜ੍ਹ ਸਾਹਿਬ ਦਾ ਇਤਿਹਾਸ, ਇਹ ਸਾਰਾ ਇਤਿਹਾਸ ਆਪਾਂ 6ਵੀਂ ਰੁੱਤ ਵਿੱਚ ਅੱਗੇ ਸਰਵਣ ਕਰਾਂਗੇ। ਸੋ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਮਤ ਬਖਸ਼ਿਸ਼ ਕਰਨ। ਇਸੇ ਪ੍ਰਕਾਰ ਆਪ ਜੀ ਦੇ ਚਰਨਾਂ ਦੀ ਸੇਵਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਲੈਂਦੇ ਰਹਿਣ। ਜਿਵੇਂ 5ਵੀਂ ਰੁੱਤ ਸੰਪੂਰਨ ਕਰਾਈ ਹੈ, ਅੱਗੇ 6ਵੀਂ ਰੁੱਤ ਦੀ ਕਥਾ ਵੀ ਸਤਿਗੁਰੂ ਜੀ ਆਪ ਕਿਰਪਾ ਕਰਕੇ ਅਗਾਂਹ ਜੋ ਵੀ ਕਥਾ ਆਏਗੀ ਆਪ ਕਰਵਾ ਲੈਣ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਸਮਾਪਤੀ ਵਿੱਚ ਗੁਰਫਤਿਹ ਵਿੱਚ ਸ਼ਾਮਲ ਹੋਵਾਂਗੇ। ਫਿਰ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਕੀਨ ਹਿਰਦੈ ਭਰੋਸ ਪਰ ਲੋਕ ਕੋ, ਹੋਏ ਸਹਾਈ ਪ੍ਰਬੀਨ। हे गोविंद हे गोपाल हे दयाल लाल, प्राणनाथ नाथ सखे दीन दर्द निवार। हे समर्थ आगम पूरन, मोहे मया तार। अंधकूप महाभयान, नानक पार उतार। वाहिगुरु जी का